ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ, ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਪ੍ਰਮੁੱਖ ਮੁੱਦਾ ਅੱਜ ਓਟਵਾ ਦੇ ਵਿੱਚ ਜਿਹੜਾ ਟਰੱਕਰਸ ਦਾ ਡੈਮੋਸਟ੍ਰੇਸ਼ਨ ਚੱਲ ਰਿਹਾ ਉਹਦੇ ਸਬੰਧ ਦੇ ਵਿੱਚ ਪੁਲਿਸ ਉੱਥੇ ਬਹੁਤ ਜ਼ਿਆਦਾ ਐਕਟਿਵ ਹੋ ਗਈ ਆ। ਉਹਨਾਂ ਨੇ ਹੁਣ ਐਕਸ਼ਨ ਕਰਨੇ ਸ਼ੁਰੂ ਕਰ ਦਿੱਤੇ ਆ। 3 ਹਫ਼ਤੇ ਤੋਂ ਲਗਾਤਾਰ ਇਹ ਪ੍ਰੋਟੈਸਟ ਚੱਲ ਰਿਹਾ। ਇਹਦੇ ਬਾਰੇ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਹੁੰਦੀਆਂ ਆਈਆਂ। ਕਦੇ ਸਰਕਾਰ ਦੀ ਆਲੋਚਨਾ ਹੁੰਦੀ ਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਰਮੀ ਦਿਖਾ ਰਹੇ, ਇਹਨਾਂ ਦੇ ਨਾਲ ਸਖਤੀ ਨਾਲ ਨਜਿੱਠਣਾ ਚਾਹੀਦਾ। ਕਦੇ ਇੱਕ ਹੋਰ ਵਰਗ ਇਸ ਗੱਲ ਦੀ ਆਲੋਚਨਾ ਕਰਦਾ ਕਿ ਸਾਡੀ ਡੈਮੋਕ੍ਰੇਸੀ ਨੂੰ ਖਤਰਾ ਆ ਕਿ ਜਿਹੜਾ ਪ੍ਰੋਟੈਸਟ ਕਰਨ ਦਾ ਰਾਈਟ ਆ ਉਹਨੂੰ ਖਤਮ ਕੀਤਾ ਜਾ ਰਿਹਾ, ਇੱਦਾਂ ਨਹੀਂ ਕਰਨਾ ਚਾਹੀਦਾ। ਅਲੱਗ-ਅਲੱਗ ਤਰ੍ਹਾਂ ਦੀਆਂ ਇਹਨਾਂ ਚੱਲਦੀਆਂ ਗੱਲਾਂ ਦੇ ਵਿਚਕਾਰ ਹੁਣ ਸੱਚਮੁੱਚ ਉੱਥੇ ਸਖਤੀ ਹੋਣੀ ਸ਼ੁਰੂ ਹੋ ਗਈ ਆ। ਪੁਲਿਸ ਬਹੁਤ ਵੱਡੇ ਗਰੁੱਪ ਦੇ ਵਿੱਚ ਇਕੱਠੇ ਹੋ ਕੇ ਪ੍ਰੋਟੈਸਟਰਸ ਨੂੰ ਉੱਥੋਂ ਖਦੇੜ ਰਹੀ ਆ। ਬੜੇ ਚੰਗੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੇਖਿਆ ਜਾ ਸਕਦਾ ਕਿ ਉੱਧਰ ਨੂੰ ਵੱਧ ਰਿਹਾ, ਉਹਨਾਂ ਨੂੰ ਕਹਿ ਰਿਹਾ ਜਾਂ ਤਾਂ ਇਹ ਥਾਂ ਛੱਡ ਕੇ ਚਲੇ ਜਾਓ, ਨਹੀਂ ਤਾਂ ਅਸੀਂ ਤੁਹਾਨੂੰ ਅਰੈਸਟ ਕਰ ਲੈਣਾ। ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ। ਹੌਲੀ ਹੌਲੀ ਉਹਨਾਂ ਨੂੰ ਉੱਥੋਂ ਪਾਸੇ ਕੀਤਾ ਜਾ ਰਿਹਾ। ਕੁਝ ਵੀਡੀਓ ਇੱਦਾਂ ਦੀਆਂ ਵੀ ਆਈਆਂ ਜਿਹਦੇ ਵਿੱਚ ਪੁਲਿਸ ਇੱਕ ਟਰੱਕ ਦੀ ਵਿੰਡੋ ਨੂੰ ਸਮੈਸ਼ ਕਰ ਰਹੀ ਹੈ। ਇੱਕ ਬੰਦਾ ਜਿਹੜਾ ਡੈਮੋਸਟ੍ਰੇਟਰ ਆ ਉਹ ਗ੍ਰਿਫਤਾਰ ਨਹੀਂ ਹੋਣਾ ਚਾਹੁੰਦਾ, ਟਰੱਕ ਦੇ ਅੰਦਰ ਜਾ ਕੇ ਲੌਕ ਕਰ ਲੈਂਦਾ ਅਤੇ ਪੁਲਿਸ ਨੇ ਉਹ ਸ਼ੀਸ਼ਾ ਤੋੜ ਕੇ ਉਹਨੂੰ ਫੜ ਕੇ ਬਾਹਰ ਕੱਢ ਲਿਆ ਅਤੇ ਉਹਨੂੰ ਅਰੈਸਟ ਕਰ ਲਿਆ। ਉਹਨਾਂ ਦੇ ਜਿਹੜੇ ਵਹੀਕਲਸ ਨੇ, ਜਿਹੜੇ ਟਰੱਕ ਨੇ, ਉਹਨਾਂ ਨੂੰ ਵੀ ਟੋ ਕਰਨ ਦੀਆਂ ਗੱਲਾਂ ਬਾਤਾਂ ਹੋ ਰਹੀਆਂ। ਪ੍ਰਮੁੱਖ ਸਿਰਦਰਦੀ ਇਹਨਾਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਨ ਦੀ ਸੀ। 3 ਵੱਡੇ ਲੀਡਰ ਇਹਨਾਂ ਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ। ਪੈਟ ਕਿੰਗ ਕੱਲ੍ਹ ਗ੍ਰਿਫਤਾਰ ਕਰ ਲਿਆ ਗਿਆ। ਇਸ ਗੱਲ ਦੀ ਵੀ ਕਨਫਰਮੇਸ਼ਨ ਹਜੇ ਤੱਕ ਕੁਛ ਆ ਰਹੀ ਆ ਅਤੇ ਕੁਛ ਨਹੀਂ ਆ ਰਹੀ। ਅਤੇ ਨਹੀਂ ਆ ਰਹੀ ਦਾ ਮਤਲਬ ਕੀ ਆ? ਜਦੋਂ ਕੁਝ ਏਜੰਸੀਆਂ ਨੇ ਪੁਲਿਸ ਨੂੰ ਇਹ ਪੁੱਛਿਆ ਕਿ ਕੀ ਪੈਟ ਕਿੰਗ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਲੀਡਰ ਮੰਨਿਆ ਜਾ ਰਿਹਾ ਇਸ ਪ੍ਰੋਟੈਸਟ ਦਾ, ਵੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਇਹਦੇ ਬਾਰੇ ਸਾਨੂੰ ਕਨਫਰਮ ਕਰੋ। ਤਾਂ ਪੁਲਿਸ ਕਹਿ ਰਹੀ ਹੈ ਕਿ ਅਸੀਂ ਨਾ ਇਸ ਗੱਲ ਨੂੰ ਕਹਿੰਦੇ ਹਾਂ ਕਿ ਗ੍ਰਿਫਤਾਰ ਕੀਤਾ ਅਤੇ ਨਾ ਹੀ ਅਸੀਂ ਡਿਨਾਈ ਕਰਦੇ ਹਾਂ ਕਿ ਗ੍ਰਿਫਤਾਰ ਨਹੀਂ ਕੀਤਾ। ਭਾਵ ਪੁਲਿਸ ਅਜੇ ਕੁਛ ਕਾਰਨਾਂ ਕਰਕੇ ਸਾਰੀਆਂ ਗੱਲਾਂ ਬਾਤਾਂ ਬਾਹਰ ਨਹੀਂ ਕੱਢਣਾ ਚਾਹੁੰਦੀ। ਪੁਲਿਸ ਜਿਹੜੀ ਆ ਉਹਨਾਂ ਨੇ ਕਾਫੀ ਹਾਈ ਵਿਜ਼ਿਬਿਲਿਟੀ ਯੈਲੋ ਜੈਕਟਸ ਦੇ ਵਿੱਚ ਮੂਵ ਕਰ ਰਹੇ ਆ। ਕਈ ਉਹਨਾਂ ਦੀਆਂ ਲੇਅਰਸ ਨੇ ਜਿਹਦੇ ਵਿੱਚ ਉਹ ਅੱਗੇ ਵੱਧ ਰਹੇ ਆ ਅਤੇ ਉਹਨਾਂ ਦੀ ਟੈਕਟੀਕਲ ਟੀਮ ਉਹਨਾਂ ਦੇ ਨਾਲ ਆ ਅਤੇ ਉਹਨਾਂ ਸਾਰੇ ਵਹੀਕਲਸ ਨੂੰ ਹੌਲੀ ਹੌਲੀ ਜਿਹੜੇ ਪੈਦਲ ਪੁਲਿਸ ਵਾਲੇ ਚੱਲ ਰਹੇ ਆ ਉਹਨਾਂ ਦੇ ਨਾਲ ਵਹੀਕਲਸ ਨੇ ਪਿੱਛੇ ਉਹਨਾਂ ਦੇ, ਫਿਰ ਉਹਨਾਂ ਦੇ ਘੋੜਸਵਾਰ ਵੀ ਉਹਨਾਂ ਦੇ ਨਾਲ ਨੇ ਅਤੇ ਇਹ ਜਿਹੜਾ ਹੌਲੀ ਹੌਲੀ ਜਿੱਥੇ ਜਿਹੜਾ ਉਹਨਾਂ ਦੇ ਅੱਗੇ ਆ ਰਿਹਾ ਉਹਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ। ਪੈਟ ਕਿੰਗ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ 'ਤੇ ਕਈ ਚਾਰਜ ਲਾਏ ਦੱਸੇ ਜਾ ਰਹੇ ਆ, ਜਿਹਦੇ ਵਿੱਚ ਮਿਸਚੀਫ ਆ, ਜਿਹਨੂੰ ਕਿ ਕਾਉਂਸਲਿੰਗ ਟੂ ਕਮਿਟ ਦ ਓਫੈਂਸ ਆਫ ਮਿਸਚੀਫ, ਕਾਉਂਸਲਿੰਗ ਟੂ ਕਮਿਟ ਦ ਓਫੈਂਸ ਆਫ ਓਬਸਟਰਕਟ ਪੁਲਿਸ, ਕਾਉਂਸਲਿੰਗ ਟੂ ਕਮਿਟ ਦ ਓਫੈਂਸ ਆਫ ਡਿਸਓਬੇ ਕੋਰਟ ਆਰਡਰ। ਕਈ ਉਹਦੇ ਉੱਤੇ ਚਾਰਜ ਲੱਗੇ ਆ ਅਤੇ ਪੁਲਿਸ ਜਿਹੜੀ ਓਟਵਾ ਪੁਲਿਸ ਸਰਵਿਸ ਆ ਹਜੇ ਤੱਕ ਉਹ ਕਨਫਰਮ ਨਹੀਂ ਕਰ ਰਹੀ। ਇਹ ਵੀ ਆ ਕਿ ਇੱਥੇ ਇਹ ਵੀ ਗੱਲ ਦੱਸਣਯੋਗ ਆ ਕਿ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਜੇ ਸਾਨੂੰ 24 ਘੰਟੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਪਈ ਤਾਂ ਉਹ ਵੀ ਅਸੀਂ ਕਰਾਂਗੇ। ਹੁਣ ਲੱਗਦਾ ਹੈ ਕਿ ਬਹੁਤ ਜਲਦੀ, ਜਦੋਂ ਅਸੀਂ ਇਸ ਵੇਲੇ ਤੁਹਾਡੇ ਨਾਲ ਖਬਰਾਂ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਇਸ ਮੁੱਦੇ ਨੂੰ ਸਾਂਝਾ ਕਰ ਰਹੇ ਹਾਂ, ਅਤੇ ਜਦੋਂ ਕੱਲ੍ਹ ਅਸੀਂ ਤੁਹਾਡੇ ਨਾਲ ਐਸੇ ਵੇਲੇ ਇਸ ਮੁੱਦੇ ਨੂੰ ਸਾਂਝਾ ਕਰੀਏ ਤਾਂ ਉਦੋਂ ਤੱਕ ਬਹੁਤ ਕੁਛ ਕਲੀਅਰ ਹੋ ਚੁੱਕਾ ਹੋਊਗਾ। ਪੈਟ ਕਿੰਗ ਦੀ ਕੱਲ੍ਹ ਵੀਡੀਓ ਸਾਹਮਣੇ ਆਈ ਸੀ। ਇਹਨਾਂ ਦਾ ਲੀਡਰ ਰਾਈਟ ਵਿੰਗ ਜਿਹੜਾ ਕਿ ਚਿੱਟੇ ਰੰਗ ਦੀ ਚਮੜੀ ਨੂੰ ਸੁਪੀਰੀਅਰ ਦੱਸਦਾ ਬਾਕੀਆਂ ਦੇ ਉੱਤੇ, ਅਤੇ ਉਹਨੇ ਸਿੱਧਾ ਨਾਂ ਲਿਆ ਸੀ ਕਿ ਜਿਹੜੇ ਇਹ ਬਾਹਰਲੇ ਲੋਕ ਆ ਇਹ ਬਾਹਰਲੇ ਆ ਅਤੇ ਇਹਨਾਂ ਨੂੰ ਇੱਥੇ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ। ਸਿੱਖਾਂ ਨੂੰ ਉਹਨੇ ਖਾਸ ਤੌਰ 'ਤੇ ਟਾਰਗੇਟ ਕੀਤਾ, ਨਾਂ ਲੈ ਕੇ ਕਿ ਜਿਹੜੀ ਸਿੱਖ ਕਮਿਊਨਿਟੀ ਆ ਇਹ ਵੀ ਸਾਡੇ ਲਈ ਉਹ ਕਹਿੰਦਾ ਮਾੜੀ ਆ। ਸਾਡਾ ਬਿਜ਼ਨਸ ਇਹ ਲੈ ਗਿਆ ਕਿ ਮੈਂ ਕਈ ਸਟੋਰ ਵਾਲਿਆਂ ਨੂੰ ਇੱਦਾਂ ਦਿਆਂ ਨੂੰ ਜਾਣਦਾ ਜਿਨ੍ਹਾਂ ਸਟੋਰਾਂ ਦੇ ਉੱਤੇ ਇਹ ਸਟੋਰ ਇਹ ਬਾਏ ਕਰ ਲੈਂਦੇ ਆ ਅਤੇ ਉੱਥੇ ਫਿਰ ਆਪਣੇ ਬੰਦਿਆਂ ਨੂੰ ਹੀ ਕੰਮ ਦਿੰਦੇ ਆ, ਭਾਵ ਆਪਣੀ ਫੈਮਿਲੀ ਨੂੰ ਕੰਮ ਦਿੰਦੇ ਆ, ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਕੰਮ ਦਿੰਦੇ ਆ, ਅਤੇ ਇਹ ਸਾਡੇ ਕੰਮ ਕਾਰ ਜਿਹੜੇ ਆ ਸਾਰੇ ਖਤਮ ਕਰ ਰਿਹਾ। ਰੇਸਿਸਟ ਕਿਸਮ ਦੀ ਇੱਕ ਵੀਡੀਓ ਸਾਹਮਣੇ ਆਈ। ਪਹਿਲਾਂ ਵੀ ਉਹਦੀਆਂ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਹੁੰਦੀਆਂ। ਉਹਦੀ ਗ੍ਰਿਫਤਾਰੀ ਬਹੁਤ ਵੱਡੀ ਗੱਲ ਆ। ਸ਼ਾਇਦ ਇਸੇ ਕਰਕੇ ਓਟਵਾ ਪੁਲਿਸ ਇਸ ਗੱਲ ਨੂੰ ਨਾ ਤਾਂ ਕਨਫਰਮ ਕਰ ਰਹੀ ਹੈ ਅਤੇ ਨਾ ਡਿਨਾਈ ਕਰ ਰਹੀ ਹੈ ਗ੍ਰਿਫਤਾਰੀ ਹੋਈ ਹੈ ਜਾਂ ਗ੍ਰਿਫਤਾਰੀ ਨਹੀਂ ਹੋਈ। ਜਿਹੜੇ ਔਰਗੇਨਾਈਜ਼ਰ ਸਮਝੇ ਜਾਂਦੇ ਆ ਇਸ ਸਾਰੇ ਕੁਛ ਦੇ, 2 ਇਹ ਔਰਗੇਨਾਈਜ਼ਰ ਕੱਲ੍ਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇੱਕ ਟਮਾਰਾ ਲਿਚ ਅਤੇ ਕ੍ਰਿਸ ਬਾਰਬਰ, ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹਨਾਂ ਨੂੰ ਥਰਸਡੇ ਨੂੰ ਬਾਅਦ ਦੁਪਹਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਲੋਕ ਜਿਹੜੇ ਆ ਉੱਥੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਆ ਉਹ ਇਸ ਗ੍ਰਿਫਤਾਰੀ ਦਾ ਵਿਰੋਧ ਵੀ ਕਰ ਰਹੇ ਆ। ਜਿਹੜਾ ਕੀਥ ਵਿਲਸਨ ਆ, ਜਿਹੜਾ ਇਹਨਾਂ ਦਾ ਫਰੀਡਮ ਕਾਲਡ ਫਰੀਡਮ ਕੌਨਵਾਏ ਆ, ਉਹਦਾ ਵਕੀਲ ਦੱਸਦੇ ਆ, ਉਹਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਸੀ ਕਿ ਟਮਾਰਾ ਲਿਚ ਨੂੰ ਅਰੈਸਟ ਕਰ ਲਿਆ ਅਤੇ ਉਹਦੇ ਤੋਂ ਬਾਅਦ ਉਹਦੇ ਤੋਂ ਪਹਿਲਾਂ ਕ੍ਰਿਸ ਬਾਰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੀਥ ਵਿਲਸਨ ਇਹਨਾਂ ਦਾ ਵਕੀਲ
ਇਸ ਫਰੀडम ਕਨਵਾਏ ਦਾ ਇਹ ਜਾਣਕਾਰੀ ਦੇ ਕੇ ਕਨਫਰਮ ਕਰ ਰਿਹਾ ਆ ਤੇ ਪੈਟ ਕਿੰਗ ਬਾਰੇ ਕਨਫਰਮੇਸ਼ਨ ਅਜੇ ਪੁਲਿਸ ਵੱਲੋਂ ਨਹੀਂ ਆਈ। ਸੋ ਆਟਵਾ ਪੁਲਿਸ ਸਰਵਿਸਿਜ਼ ਨੇ ਇੱਕ ਇਨਫੋਰਮੇਸ਼ਨ ਵੀ ਇਹਨਾਂ ਦੀ ਅਰੈਸਟ ਦੇ ਸੰਬੰਧੀ ਰਿਲੀਜ਼ ਕੀਤੀ ਸੀ ਸੋਮਵਾਰ ਸ਼ੁੱਕਰਵਾਰ ਸਵੇਰ ਨੂੰ, ਜਿਹਦੇ ਵਿੱਚ ਇਹਨਾਂ ਦੋਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਮੌਕੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਦਾ ਬਿਆਨ ਵੀ ਬਹੁਤ ਮਹੱਤਵਪੂਰਨ ਆ। ਉਹਨਾਂ ਨੇ ਸਰਕਾਰ ਦੇ ਇਸ ਡਿਸੀਜਨ ਨੂੰ ਡਿਫੈਂਡ ਕੀਤਾ ਜਿਹੜਾ ਉਹਨਾਂ ਨੇ ਐਮਰਜੈਂਸੀ ਪਾਵਰਸ ਨੂੰ ਇਨਵੋਕ ਕੀਤਾ। ਸਰਕਾਰ ਨੇ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਐਮਰਜੈਂਸੀ ਪਾਵਰਸ ਦੀ ਵਰਤੋਂ ਕੀਤੀ ਆ ਤੇ ਇੱਕ ਗਰੁੱਪ ਉਹ ਆ ਜਿਹੜਾ ਇਸ ਚੀਜ਼ ਦੀ ਆਲੋਚਨਾ ਕਰ ਰਿਹਾ ਕਿ ਕੈਨੇਡਾ ਦੇ ਵਿੱਚ ਡੈਮੋਕ੍ਰੇਸੀ ਨਹੀਂ ਰਹੀ, ਲੋਕਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਰਿਹਾ ਤੇ ਜੇ ਉਹਨਾਂ ਨੂੰ ਹੱਕ ਹੈਗਾ ਤਾਂ ਉਹਨੂੰ ਦਬਾਇਆ ਜਾ ਰਿਹਾ, ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਵੀ ਉਹਨਾਂ ਦਾ ਗੱਲ ਕੀਤੀ ਜਾਣੀ ਚਾਹੀਦੀ ਹੈ ਜਿਹੜੀ ਕਿ ਕੀਤੀ ਨਹੀਂ ਜਾ ਰਹੀ। ਜਿਹੜੇ ਵਿਰੋਧੀ ਨੇ ਜਸਟਿਨ ਟਰੂਡੋ ਦੇ ਲਿਬਰਲ ਸਰਕਾਰ ਦੇ ਜਾਂ ਜਿਹੜੇ ਇਹਨਾਂ ਪ੍ਰੋਟੈਸਟਰਸ ਨੂੰ ਮਦਦ ਕਰਨ ਵਾਲੇ ਆ ਉਹ ਇਸ ਕਿਸਮ ਦੀ ਗੱਲ ਕਰ ਰਹੇ ਆ। ਇੱਥੇ ਇਹ ਵੀ ਦੱਸਣਯੋਗ ਆ ਕਿ ਬਹੁਤ ਸਾਰੀਆਂ ਇਹਦੀਆਂ ਆਲੋਚਨਾਵਾਂ ਵੀ ਹੋ ਰਹੀਆਂ। ਇੱਕ ਦੋ ਗੱਲਾਂ ਇਹ ਵੀ ਹੋ ਰਹੀਆਂ ਕਿ ਜਿਹੜੀ ਪੁਲਿਸ ਆ ਉਹ ਕਿਤੇ ਨਾ ਕਿਤੇ ਸਿੰਪਥੀ ਕਰ ਰਹੀ ਹੈ ਇਹਨਾਂ ਦੇ ਨਾਲ, ਹਮਦਰਦੀ ਕਰ ਰਹੀ ਹੈ। ਇਹ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਨੂੰ। ਜਿਹੜਾ ਦੂਜੇ ਪਾਸੇ ਦਾ ਨੈਰੇਟਿਵ ਆ, ਇੱਕ ਪਾਸਾ ਕਹਿ ਰਿਹਾ ਕਿ ਇਹ ਸਖਤੀ ਕਰਕੇ ਇਹਨਾਂ ਨੂੰ ਉੱਥੋਂ ਕੱਢਿਆ ਜਾ ਰਿਹਾ, ਬਹੁਤ ਮਾੜੀ ਗੱਲ ਹੋ ਰਹੀ ਆ, ਲੋਕਤੰਤਰ ਦਾ ਘਾਣ ਹੋ ਰਿਹਾ। ਦੂਜਾ ਪਾਸਾ ਕਹਿ ਰਿਹਾ ਵੀ ਇਹ ਜਾਣ-ਬੁੱਝ ਕੇ ਨਹੀਂ ਕਰ ਰਿਹਾ ਸਖਤੀ, ਤਾਂ ਹੀ ਇੰਨੇ 3 ਹਫ਼ਤੇ ਹੋ ਗਏ ਵੀ ਜਿਹੜਾ 1-2 ਦਿਨ ਦਾ ਕੰਮ ਸੀ ਜਿਹੜਾ ਅੱਜ ਕਰਨ ਲੱਗੇ ਆ ਇਹ ਉਸ ਦਿਨ ਹੀ ਕਰ ਲੈਣਾ ਚਾਹੀਦਾ ਸੀ। ਸਰਕਾਰ ਦੋਵਾਂ ਪਾਸਿਆਂ ਤੋਂ ਇਸ ਮਾਮਲੇ ਦੇ ਵਿੱਚ ਘਿਰੀ ਆ। ਤੁਸੀਂ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਵੱਧਦੀ ਗੱਲ ਪ੍ਰਾਈਮ ਮਿਨਿਸਟਰ ਦੇ ਰੈਜ਼ੀਗਨੇਸ਼ਨ ਤੱਕ ਵੀ ਜਾ ਪਹੁੰਚੀ ਸੀ ਕਿ ਜਸਟਿਨ ਟਰੂਡੋ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ ਇਸ ਫੈਸਲੇ ਨੂੰ ਡਿਫੈਂਡ ਕੀਤਾ ਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਇਹ ਸਾਰੇ ਕੁਛ ਨੂੰ ਕਰਕੇ ਅਸੀਂ ਚੰਗਾ ਕਰ ਰਹੇ ਹਾਂ ਤੇ ਸਾਡੇ ਸਾਹਮਣੇ ਜਿਹੜਾ ਇੱਕ ਆਪਸ਼ਨ ਆ ਕਿ ਆਪਣੀ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਸਾਨੂੰ ਇਹ ਸਖਤੀ ਕਰਨੀ ਪੈ ਰਹੀ ਹੈ। ਡੈਮੋਕ੍ਰੇਸੀ ਦੇ ਵਿੱਚ ਜਿਹੜੀ ਦਲੀਲ ਦਿੱਤੀ ਜਾ ਰਹੀ ਹੈ ਸਰਕਾਰ ਦੇ ਪੱਖ ਵੱਲੋਂ ਕਿ ਗੱਲ ਕੀਤੀ ਜਾ ਸਕਦੀ ਕਿਸੇ ਦੇ ਨਾਲ ਵੀ, ਧਰਨਾ ਮੁਜ਼ਾਹਰਾ ਕਰਨਾ ਲੋਕਾਂ ਦਾ ਹੱਕ ਆ ਤੇ ਉਹਨਾਂ ਦੇ ਨਾਲ ਜਿਹੜੀ ਸਰਕਾਰ ਆ ਉਹ ਗੱਲਬਾਤ ਵੀ ਕਰਦੀ ਆ, ਪਰ ਉਹ ਕੋਈ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਆ। ਕਿਸੇ ਬਾਹਰੋਂ ਫੰਡਿੰਗ ਦੇ ਨਾਲ ਇਕੱਠੇ ਕਰਕੇ ਲੋਕ ਦੇਸ਼ ਦੇ ਵਿੱਚ ਅਸਥਿਰਤਾ ਨਹੀਂ ਪੈਦਾ ਕਰ ਸਕਦੇ, ਕਿਉਂਕਿ ਇਹਨਾਂ ਸਾਰਿਆਂ ਦੀ ਨਾ ਤਾਂ ਕੋਈ ਉਸ ਤਰ੍ਹਾਂ ਦੀ ਯੂਨੀਅਨ ਆ, ਨਾ ਕੋਈ ਆਰਗੇਨਾਈਜੇਸ਼ਨ ਆ ਜਿਹਦੇ ਵਿੱਚ ਡੈਮੋਕ੍ਰੈਟਿਕ ਤਰੀਕੇ ਨਾਲ ਵੋਟਾਂ ਪਈਆਂ ਹੋਣ, ਫਿਰ ਉਹਨਾਂ ਨੇ ਆਪਣਾ ਪ੍ਰਧਾਨ ਸੈਕਟਰੀ ਜਾਂ ਕੋਈ ਹੋਰ ਚੁਣਿਆ ਹੋਵੇ ਤੇ ਫਿਰ ਉਹ ਧਰਨਾ ਮੁਜ਼ਾਹਰਾ ਕਰਦੇ ਆ ਤਾਂ ਫਿਰ ਸਰਕਾਰ ਉਹਨਾਂ ਦੀ ਗੱਲ ਸੁਣਨ ਦੇ ਲਈ ਤਿਆਰ ਹੁੰਦੀ ਆ। ਆਪ ਮੁਹਾਰੇ ਉੱਠ ਕੇ ਜਦੋਂ ਕੋਈ ਐਸੇ ਤਰੀਕੇ ਦੇ ਨਾਲ ਸਾਹਮਣੇ ਆ ਜਾਂਦਾ ਤੇ ਫਿਰ ਉਹ ਸਰਕਾਰ ਦੇ ਇਹਨਾਂ ਫੈਸਲਿਆਂ ਨੂੰ ਚੈਲੰਜ ਕਰਦਾ ਆ ਤੇ ਉਹਦੇ ਲਈ ਫਿਰ ਸਰਕਾਰ ਸਖਤੀ ਕਰ ਰਹੀ ਆ। ਤੇ ਅੱਜ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਬਹੁਤ ਸਰਕਾਰ ਨੇ ਕਾਫੀ ਹੱਦ ਤੱਕ ਉੱਥੋਂ ਇਹਨਾਂ ਨੂੰ ਪਾਸੇ ਕਰਨਾ ਸ਼ੁਰੂ ਕਰ ਦਿੱਤਾ ਤੇ ਲੱਗਦਾ ਕਿ ਜਲਦੀ ਇਸ ਸਾਰੇ ਮਾਮਲੇ ਦਾ ਖਾਤਮਾ ਹੋ ਜਾਏਗਾ। ਲਗਭਗ ਰੋਜ਼ ਹੀ ਮੀਡੀਆ ਦੇ ਵਿੱਚ ਇੱਕ ਖਬਰ ਦੇ ਉੱਤੇ ਚਰਚਾ ਕੀਤੀ ਜਾਂਦੀ ਆ ਜਿਹੜੀ ਇਸ ਵੇਲੇ ਟੈਨਸ਼ਨ ਬਣੀ ਆ ਯੂਕਰੇਨ ਦੇ ਮਾਮਲੇ ਵਿੱਚ। ਇਹ ਕਈ ਵਾਰੀ ਇਹ ਲੱਗਦਾ ਕਿ ਸ਼ਾਇਦ ਇਹ ਮਾਮਲਾ ਓਨਾ ਸੰਜੀਦਾ ਨਹੀਂ ਹੈ ਜਿੰਨਾ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਆ ਰਿਹਾ ਕਿ ਜਿਹੜਾ ਰੂਸ ਆ ਯੂਕਰੇਨ ਦੇ ਉੱਤੇ ਹਮਲਾ ਕਰੂਗਾ। ਕਈ ਚਿਰ ਹੋ ਗਿਆ ਸਾਨੂੰ ਸੁਣਦਿਆਂ ਵੀ ਹਮਲਾ ਕਰ ਦੇਣਾ, ਅਮਰੀਕਾ ਕਹਿੰਦਾ ਉਹਨਾਂ ਨੇ ਹਮਲਾ ਕਰ ਦੇਣਾ, ਰੂਸ ਕਹਿ ਰਿਹਾ ਅਸੀਂ ਫੌਜਾਂ ਹਮਲਾ ਨਹੀਂ ਕਰ ਰਹੇ, ਅਸੀਂ ਤਾਂ ਉੱਥੋਂ ਫੌਜਾਂ ਵਾਪਸ ਬੁਲਾ ਰਹੇ ਹਾਂ। ਇਹ ਮਾਮਲਾ ਕਿੰਨਾ ਸੰਜੀਦਾ ਆ, ਇਸ ਗੱਲ ਦਾ ਅੰਦਾਜ਼ਾ ਇਸ ਥਾਂ ਤੋਂ ਲਾਇਆ ਜਾ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੇ ਅੱਜ ਬਿਆਨ ਦਿੱਤਾ ਔਰ ਬਿਆਨ ਉਹਨਾਂ ਦਾ ਬਹੁਤ ਜ਼ਿਆਦਾ ਡਰਾਉਣ ਵਾਲਾ ਵੀ ਆ ਤੇ ਬਿਆਨ ਉਹਨਾਂ ਦਾ ਚਿੰਤਾ ਪੈਦਾ ਕਰਨ ਵਾਲਾ ਵੀ ਆ। ਕਿਹਾ ਕੀ ਆ ਉਹਨਾਂ ਨੇ, ਉਹ ਕਹਿੰਦੇ ਵੀ ਜਿਹੜੀ ਈਸਟ ਵੈਸਟ ਟੈਂਸ਼ਨ ਇਸ ਵੇਲੇ ਆਪਣੇ ਹਾਈਐਸਟ ਪੁਆਇੰਟ ਦੇ ਉੱਤੇ ਆ ਕਿ ਜਿਹੜੀ ਇਹ ਪੂਰਬ ਪੱਛਮ ਦੀ ਆਪਸ ਦੇ ਵਿੱਚ ਲੜਾਈ ਦਾ ਮਾਮਲਾ ਇਸ ਵੇਲੇ ਸਭ ਤੋਂ ਜ਼ਿਆਦਾ ਉੱਪਰ ਪਹੁੰਚਿਆ ਆ ਜਦੋਂ ਦਾ ਸੋਵੀਅਤ ਯੂਨੀਅਨ ਰੂਸ ਜਿਹੜਾ ਹੁਣ ਹੈਗਾ ਇਹ ਕਲੈਪਸ ਹੋਇਆ ਸੀ 1990 ਦੇ ਨੇੜੇ ਤੇੜੇ। ਪਹਿਲਾਂ ਕਦੇ ਵੀ ਇੰਨੀ ਜ਼ਿਆਦਾ ਟੈਨਸ਼ਨ ਨਹੀਂ ਹੋਈ ਸੀ। ਦੁਨੀਆ ਦੀਆਂ ਦੋ ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ। ਉਹ ਕਹਿੰਦੇ ਵੀ ਦੁਨੀਆ, ਇਹ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਇਹ ਗੱਲ ਕਹਿ ਰਹੇ ਆ ਕਿ ਦੁਨੀਆ ਪਹਿਲਾਂ ਕਦੇ ਵੀ ਕੋਲਡ ਵਾਰ ਤੋਂ ਬਾਅਦ ਇੰਨੇ ਖਤਰੇ ਦੇ ਵਿੱਚ ਨਹੀਂ ਆਈ ਸੀ ਜਿੰਨੀ ਇਸ ਵੇਲੇ ਹੁਣ ਆਈ ਆ। ਕੋਲਡ ਵਾਰ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੱਕ ਜਿਹੜਾ ਜੀਓਪੋਲੀਟੀਕਲ ਟੈਂਸ਼ਨ ਜਿਹੜੀ ਸੀਗੀ ਅਮਰੀਕਾ ਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਦੇ ਵਿਚਕਾਰ ਤੇ ਇਹਨਾਂ ਦੋਵਾਂ ਦੇ ਜਿਹੜੇ ਆਪਣੇ ਆਪਣੇ ਭਾਈਵਾਲ ਸੀਗੇ ਈਸਟਰਨ ਬਲਾਕ ਤੇ ਵੈਸਟਰਨ ਬਲਾਕ, ਜਿਹੜਾ ਬਹੁਤ ਲੰਬਾ ਸਮਾਂ ਚੱਲਦੀ ਰਹੀ, ਲਗਭਗ 1947 ਤੋਂ ਲੈ ਕੇ ਜਦੋਂ ਤੱਕ ਸੋਵੀਅਤ ਯੂਨੀਅਨ ਢਹਿ ਢੇਰੀ ਨਹੀਂ ਹੋ ਜਾਂਦਾ 1991 ਦੇ ਵਿੱਚ
26 ਦਸੰਬਰ 1991 ਨੂੰ ਇਹ ਜਦੋਂ ਢਹਿ ਢੇਰੀ ਹੁੰਦਾ ਹੈ, ਉਦੋਂ ਤੱਕ ਇਹ ਚੱਲਦੀ ਰਹੀ ਹੈ ਦੋਵਾਂ ਦੇ ਵਿੱਚ। ਜਿਹੜੀ ਸਿੱਧੀ ਲੜਾਈ ਨਾ ਦੋ ਸੁਪਰ ਪਾਵਰਸ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਈ। ਇਹ ਇੱਕ ਦੂਜੇ ਨੂੰ ਅੰਦਰੋਂ ਅੰਦਰੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਆ, ਜਿਹਨੂੰ ਉਹ ਜਿਹੜੀ ਕੋਲਡ ਵਾਰ ਸੀਗੀ, ਇਹਨਾਂ ਦੇ ਵਿੱਚ ਆਈਡੀਓਲੋਜੀਕਲ ਸਟਰਗਲ ਵੀ ਸੀਗੀ, ਵਿਚਾਰਧਾਰਕ ਲੜਾਈ ਵੀ ਅਮਰੀਕਾ ਤੇ ਰੂਸ ਦੀ ਸੀਗੀ। ਇੱਕ ਜਿਹੜਾ ਸੋਸ਼ਲਿਜ਼ਮ ਦੇ ਹੱਕ 'ਚ ਆ ਤੇ ਦੂਜਾ ਕੈਪੀਟਲਿਜ਼ਮ ਦੇ ਹੱਕ ਵਿੱਚ ਆ, ਤੇ ਦੂਜੇ ਪਾਸੇ ਇਹਨਾਂ ਦੀ ਜਿਹੜੀ ਜੀਓਪੋਲੀਟੀਕਲ ਸਟਰਗਲ ਸੀਗੀ ਉਹ ਵੀ ਦੁਨੀਆ ਨੂੰ ਪ੍ਰਭਾਵਿਤ ਕਰਨ ਦੇ ਲਈ ਉਹਦਾ ਵੀ ਇੱਕ ਆਪਣਾ ਇਹਨਾਂ ਸੁਪਰ ਪਾਵਰਸ ਦਾ ਰੋਲ ਸੀਗਾ। ਸੋ ਉਹ ਜਿੰਨੀ ਟੈਨਸ਼ਨ ਉਸ ਵੇਲੇ ਸੀ ਕਿ ਦੋ ਦੁਨੀਆ ਦੀਆਂ ਵੱਡੀਆਂ ਸੁਪਰ ਪਾਵਰਸ ਆਪਸ ਦੇ ਵਿੱਚ ਲੜ ਰਹੀਆਂ ਸੀ, ਯੂਨਾਈਟਿਡ ਨੇਸ਼ਨ ਕਹਿ ਰਿਹਾ ਕਿ ਉਹ ਟੈਨਸ਼ਨ ਅੱਜ ਜੇ ਇਸ ਲੈਵਲ ਦੇ ਉੱਤੇ ਪਹੁੰਚ ਗਈ, ਪਹਿਲਾਂ ਕਦੇ ਵੀ ਨਹੀਂ ਸੀ ਪਹੁੰਚੀ। ਵਾਰਨਿੰਗ ਦਿੱਤੀ ਗਈ ਹੈ ਇਸ ਗੱਲ ਦੇ ਉੱਤੇ ਸੈਕਟਰੀ ਜਨਰਲ ਨੇ ਯੂਨਾਈਟਿਡ ਨੇਸ਼ਨਸ ਦੇ ਐਂਟੋਨੀ ਗੁਟਰਸ ਨੇ ਕਿ ਇੱਕ ਵੀ ਕਮਿਊਨੀਕੇਸ਼ਨ ਦੇ ਵਿੱਚ ਹੋਈ ਛੋਟੀ ਜਿਹੀ ਗਲਤੀ ਦਾ ਨਤੀਜਾ ਬਹੁਤ ਵੱਡਾ ਭੁਗਤਣਾ ਪੈ ਸਕਦਾ। ਇਹ ਨਤੀਜਾ ਇਕੱਲੇ ਰੂਸ, ਅਮਰੀਕਾ ਜਾਂ ਯੂਕਰੇਨ ਨੂੰ ਨਹੀਂ, ਸਾਰੀ ਦੁਨੀਆ ਨੂੰ ਭੁਗਤਣਾ ਪੈ ਸਕਦਾ। ਦੁਨੀਆ ਇਸ ਵੇਲੇ ਇਸ ਸਥਿਤੀ ਦੇ ਉੱਤੇ ਆ ਕੇ ਖੜੀ ਹੈ। ਸਥਿਤੀ ਲਗਭਗ ਇਹੋ ਜਿਹੀ ਆ ਕਿ ਲੜਾਈ ਲੱਗੀ ਕਿ ਲੱਗੀ, ਕਿਸੇ ਵੇਲੇ ਵੀ ਇਹ ਖਬਰ ਆ ਸਕਦੀ ਹੈ ਕਿ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਮਰੀਕਾ, ਕੈਨੇਡਾ ਤੇ ਬਾਕੀ ਜਿਹੜੇ ਇਹਦੇ ਸਾਥੀ ਆ ਨਾਟੋ ਵਾਲੇ, ਇਹ ਯੂਕਰੇਨ ਦੀ ਮਦਦ ਦੇ ਉੱਤੇ ਜਾ ਕੇ ਜਿਹੜੇ ਕਿ ਪਹਿਲਾਂ ਟਰੂਪਸ ਉੱਥੇ ਪਹੁੰਚ ਚੁੱਕੇ ਆ, ਉਹ ਰੂਸ ਦੇ ਨਾਲ ਲੜਨ ਦੇ ਲਈ ਤਿਆਰ ਹੋ ਗਏ ਆ। ਇਹ ਖਬਰ ਕਿਸੇ ਵੇਲੇ ਵੀ ਆ ਸਕਦੀ ਆ। ਔਰ ਇਹ ਗੱਲਬਾਤ ਫਿਰ ਕਿੱਦਾਂ ਮੁੱਕਦੀ ਹੈ, ਕੀ ਇਹ ਨਿਊਕਲੀਅਰ ਵਾਰ ਹੁੰਦੀ ਹੈ, ਇਹ ਅੱਗੇ ਇੱਕ ਬਹੁਤ ਵੱਡਾ ਸਵਾਲ ਆ। ਦੱਸਿਆ ਜਾ ਰਿਹਾ ਕਿ ਇਹ ਹੁਣ ਜਿਹੜੀ ਕੋਲਡ ਵਾਰ ਤੋਂ ਹੁਣ ਤੱਕ ਜੋ ਕੁਝ ਹੋਇਆ ਆ, ਇਹ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਸ ਵੇਲੇ ਨਜ਼ਰ ਆ ਰਹੀ ਹੈ। ਸੋਵੀਅਤ ਯੂਨੀਅਨ, ਯੂਨਾਈਟਿਡ ਨੇਸ਼ਨਸ 20ਵੀਂ ਸਦੀ ਦੇ ਵਿੱਚ ਬਹੁਤ ਵੱਡੀ ਇੱਕ ਆਪਸ ਦੇ ਵਿੱਚ ਲੜਾਈ ਦੇ ਵਿੱਚ ਰਹੇ ਇੱਕ ਦੂਜੇ ਦੇ ਨਾਲ। 2 ਦਿਨ ਬਾਅਦ ਬੀਜਿੰਗ ਦੇ ਵਿੱਚ ਵਿੰਟਰ ਓਲੰਪਿਕਸ ਖਤਮ ਹੋ ਜਾਣੀਆਂ ਤੇ ਬਹੁਤ ਵੱਡੀ ਸੰਭਾਵਨਾ ਹੈ ਕਿ ਚੀਨ ਜਿਹੜਾ ਉਹ ਰੂਸ ਦੇ ਨਾਲ ਆ ਜਾਵੇ। ਪਹਿਲਾਂ ਵੀ ਚੀਨ ਇਹ ਬਿਆਨ ਦੇ ਚੁੱਕਿਆ ਵੀ ਜਿਹੜੇ ਬਾਕੀ ਨੇ ਇਹ ਦੇਸ਼ ਰਲ ਕੇ ਸਾਨੂੰ ਪਰੇਸ਼ਾਨ ਕਰ ਰਹੇ ਆ, ਵੀ ਦੁਨੀਆ ਸ਼ਾਂਤੀ ਨਾਲ ਰਹਿਣਾ ਚਾਹੁੰਦੀ ਹੈ, ਅਮਰੀਕਾ ਹਰ ਥਾਂ ਜਾ ਕੇ ਉੱਥੇ ਉਹਨਾਂ ਦੇ ਨਾਲ ਕੋਈ ਨਾ ਕੋਈ ਦਖਲਅੰਦਾਜ਼ੀ ਕਰਦਾ ਆ, ਤੇ ਇਸ ਕਰਕੇ ਅਸੀਂ ਉਹ ਕਹਿੰਦੇ ਰੂਸ ਦੇ ਨਾਲ ਆ। ਸੋ ਇੱਕ ਪਾਸੇ ਰੂਸ ਤੇ ਚੀਨ ਇਕੱਠੇ ਨੇ, ਦੂਜੇ ਪਾਸੇ ਅਮਰੀਕਾ ਤੇ ਨਾਟੋ ਤੇ ਜਿਹੜੇ ਹੋਰ ਬਾਕੀ ਨੇ ਉਹ ਇਕੱਠੇ ਨੇ। ਸੋ ਇਸ ਸਿਚੁਏਸ਼ਨ ਦੇ ਵਿੱਚ ਇੱਕ ਵੱਡਾ ਜਿਹੜਾ ਖਤਰਾ ਆ ਉਹ ਪੈਦਾ ਹੋਇਆ ਆ। ਯੂਕਰੇਨ ਦੇ ਉੱਤੇ ਰੂਸੀ ਹਮਲੇ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ। ਅਮਰੀਕਾ ਤੇ ਨਾਟੋ ਜਿਹੜੇ ਆ ਉਹ ਅਲਰਟ ਦੇ ਉੱਤੇ ਆ। ਬੜੇ ਸਾਫ਼ ਸੰਕੇਤ ਮਿਲ ਰਹੇ ਆ। ਅਮਰੀਕਾ ਦੇ ਜੋ ਬਾਈਡਨ ਆਪਣੇ ਸਹਿਯੋਗੀ ਦੇਸ਼ਾਂ ਦੇ ਜਿਹੜੇ ਰਾਸ਼ਟਰਾਂ ਦੇ ਮੁਖੀ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਆ। ਮੰਨਿਆ ਜਾ ਰਿਹਾ ਕਿ ਇਹਦਾ ਇੱਕ ਫਾਈਨਲ ਪਲਾਨ ਇਸ ਵੇਲੇ ਜੋ ਬਾਈਡਨ ਆਪਣੇ ਸਾਥੀਆਂ ਦੇ ਨਾਲ ਡਿਸਕਸ ਕਰ ਰਹੇ ਆ ਕਿ ਇਹਦਾ ਕੀ ਕੀਤਾ ਜਾਵੇ। ਕਈ ਗੱਲਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਆ। ਅੱਜ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਸਾਨੂੰ ਲੱਗਦਾ ਕਿ ਜਿਹੜੇ ਜੰਗ ਨੂੰ ਟਾਲਣ ਦੇ ਸਾਰੇ ਰਸਤੇ ਹਜੇ ਤੱਕ ਬੰਦ ਨਹੀਂ ਹੋਏ, ਅਸੀਂ ਡਿਪਲੋਮੈਟਿਕ ਕੋਸ਼ਿਸ਼ਾਂ ਕਰ ਰਹੇ ਹਾਂ। ਇਹ ਤੋਂ ਫੌਰਨ ਬਾਅਦ ਹੀ ਨਿਊਯਾਰਕ ਟਾਈਮਜ਼ ਨੇ ਜਿਹੜੀ ਆ ਇਹਦੇ ਜਿਹੜੀ ਖਬਰ ਦਿੱਤੀ ਸੀ ਕਿ ਉਹ ਆਪਣੇ ਸਹਿਯੋਗੀਆਂ ਦੇ ਨਾਲ ਗੱਲਬਾਤ ਕਰ ਰਹੇ ਆ। ਫੈਸਲਾ ਬਹੁਤ ਅਹਿਮ ਆ ਕਿਉਂਕਿ ਇਹ ਤੋਂ ਪਹਿਲਾਂ ਅਮਰੀਕੀ ਜਿਹੜੇ ਡਿਪਲੋਮੈਟਸ ਆ ਉਹ ਇੱਕ ਦੂਜੇ ਦੇ ਨਾਲ ਸੰਪਰਕ ਕਰ ਰਹੇ ਸੀਗੇ ਤੇ ਮਹੀਨੇ ਦੇ ਵਿੱਚ 2 ਵਾਰ ਜਿਹੜੀ ਆ ਉਹਨਾਂ ਨੇ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕੀਤੀ ਆ। ਪਰ ਲੱਗਦਾ ਕਿ ਅਜੇ ਮਾਮਲਾ ਜਿਹੜਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਇੱਥੇ ਵੀ ਗੱਲ ਦੇਖਣ ਵਾਲੀ ਆ ਕਿ ਜਿਹੜੀ ਡਿਪਲੋਮੈਟਿਕ ਲੜਾਈ ਆ ਦੋਵਾਂ ਦੇਸ਼ਾਂ ਦੇ ਵਿੱਚ, ਰੂਸ ਤੇ ਅਮਰੀਕਾ ਦੇ ਵਿੱਚ, ਉਹ ਆਲਰੇਡੀ ਸ਼ੁਰੂ ਹੋ ਚੁੱਕੀ ਆ। ਮਾਸਕੋ ਦੇ ਵਿੱਚ ਅਮਰੀਕਾ ਦੇ ਨੰਬਰ 2 ਦੇ ਜਿਹੜੇ ਡਿਪਲੋਮੈਟ ਆ ਉਹਨਾਂ ਨੂੰ ਦੇਸ਼ ਛੱਡ ਕੇ ਜਾਣ ਲਈ ਕਿਹਾ ਜਾ ਚੁੱਕਿਆ। ਅਮਰੀਕਾ ਅਜੇ ਤੱਕ ਸ਼ਾਂਤ ਆ, ਲੇਕਿਨ ਇਹਦਾ ਜਵਾਬ ਉਹ ਕਿਤੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਦੇਣਗੇ। ਹੁਣ ਇਹਦੇ ਵਿੱਚ ਕੌਣ ਸੱਚਾ ਆ? ਰੂਸ ਨੇ ਸ਼ੁੱਕਰਵਾਰ ਨੂੰ ਇੱਕ ਵਾਰੀ ਫਿਰ ਕਿਹਾ ਕਿ ਜਿਹੜੀ ਕ੍ਰੀਮੀਆ ਤੋਂ ਉਹਦੀ ਫੌਜ ਵਾਪਸ ਲੌਟ ਰਹੀ ਆ। ਟੈਂਕਸ ਜਿਹੜੇ ਉੱਥੇ ਹਟਾ ਕੇ ਅਸੀਂ ਬੇਸ ਕੈਂਪ ਵੱਲੋਂ ਸ਼ਿਫਟ ਕਰ ਰਹੇ ਹਾਂ। ਰੂਸ ਦੀਆਂ ਸਾਰੀਆਂ ਦਲੀਲਾਂ ਨੂੰ ਅਮਰੀਕਾ ਤੇ ਨਾਟੋ ਮੰਨਣ ਲਈ ਤਿਆਰ ਨਹੀਂ। ਬ੍ਰਿਟਨ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਸਾਡੇ ਕੋਲ ਇਸ ਗੱਲ ਦੇ ਸਾਰੇ ਸਬੂਤ ਮੌਜੂਦ ਆ ਕਿ ਰੂਸ ਉੱਥੋਂ ਆਪਣੀਆਂ ਫੌਜਾਂ ਵਾਪਸ ਨਹੀਂ ਬੁਲਾ ਰਿਹਾ, ਸਗੋਂ ਉਧਰ ਨੂੰ ਹੋਰ ਭੇਜ ਰਿਹਾ ਤੇ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਆ। ਇਸ ਵੇਲੇ ਇਹ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਖਤਰਾ, ਇਹ ਮੀਡੀਆ ਨਹੀਂ ਕਹਿ ਰਿਹਾ, ਇਹ ਅਖਬਾਰਾਂ ਨਹੀਂ ਕਹਿ ਰਹੀਆਂ, ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਇਹ ਗੱਲ ਕਹਿ ਰਹੇ ਆ ਕਿ ਦੁਨੀਆ ਦੀਆਂ 2 ਵੱਡੀਆਂ ਤਾਕਤਾਂ ਦੇ ਵਿੱਚ ਆਪਸ ਵਿੱਚ ਤਣਾਅ ਕਦੇ ਵੀ 1990 ਤੋਂ ਬਾਅਦ ਇੰਨਾ ਨਹੀਂ ਹੋਇਆ ਜਿੰਨਾ ਇਸ ਵੇਲੇ ਹੈ। ਥੋੜ੍ਹੇ ਦਿਨ ਪਹਿਲਾਂ ਇੱਕ ਮੈਨੀਟੋਬਾ ਤੋਂ ਖਬਰ ਆਈ ਸੀ ਜਿਹਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇੱਕੋ ਪਰਿਵਾਰ ਦੇ 4 ਜੀ ਬਰਫ਼ ਦੇ ਵਿੱਚ ਠੰਡ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਜਦੋਂ ਕੈਨੇਡਾ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸੀ।
ਉਸ ਮਾਮਲੇ ਦੇ ਵਿੱਚ ਹੁਣ ਅਮਰੀਕਾ ਦੇ ਵਿੱਚ, ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਦੋਸ਼ ਤੈਅ ਕੀਤੇ ਗਏ ਆ ਇਸ ਮਾਮਲੇ ਦੇ ਵਿੱਚ ਕਿ ਇਹਨਾਂ ਦੀਆਂ ਮੌਤਾਂ ਦੇ ਲਈ ਨਾ 4 ਮਾਈਗਰੈਂਟਸ ਦੀ ਮੌਤ ਦਾ ਜ਼ਿੰਮੇਵਾਰ ਇਹ ਵਿਅਕਤੀ ਹੈ। US ਅਟਾਰਨੀ ਨੇ ਜਿਹੜਾ ਮਿਨੀਆਪੋਲਿਸ ਦੇ ਵਿੱਚ ਇਹ ਅਨਾਊਂਸਮੈਂਟ ਕੀਤੀ ਆ ਕਿ ਉਹਦੇ ਉੱਤੇ ਚਾਰਜ ਲਾਏ ਗਏ ਆ। ਸਟੀਵ ਸ਼ੈਂਡ ਇਹਦਾ ਨਾਂ ਦੱਸਦੇ ਆ, 47 ਸਾਲ ਉਮਰ ਆ, ਫਲੋਰੀਡਾ ਦਾ ਰਹਿਣ ਵਾਲਾ ਆ। ਇਹ ਕਹਿੰਦੇ ਜ਼ਿੰਮੇਵਾਰ ਸੀ। ਇਹ ਵੈਨ ਚਲਾ ਰਿਹਾ ਸੀ ਜਿਹਦੇ ਵਿੱਚ ਜਿਹੜੀ 15 ਪੈਸੰਜਰ ਵਾਲੀ ਵੈਨ, ਤੇ 19 ਜਨਵਰੀ ਨੂੰ ਇਹਨੂੰ ਦੇਖਿਆ ਗਿਆ ਸੀ ਤੇ ਮਿਨੀਸੋਟਾ ਦੇ ਰੋਡ ਦੇ ਵਿੱਚ ਉੱਤੇ ਇਹਨੂੰ, ਤੇ ਕੋਰਟ ਡਾਕੂਮੈਂਟ ਦੇ ਵਿੱਚ ਇਹਦੇ ਤੇ ਦੋਸ਼ ਲਾਇਆ ਗਿਆ ਕਿ 2 ਅਨਡਾਕੂਮੈਂਟਡ ਇੰਡੀਅਨ ਨੈਸ਼ਨਲ ਵੀ ਇਹਦੇ ਨਾਲ ਸੀਗੇ। ਉਹਦੇ ਵਿੱਚ ਸਨੈਕਸ ਤੇ ਹੋਰ ਪ੍ਰੋਵੀਜ਼ਨਸ ਵੀ ਵੈਨ ਦੇ ਵਿੱਚ ਸੀਗੀਆਂ। ਤੇ ਉਹਦੇ ਤੋਂ ਥੋੜ੍ਹਾ ਜਿਹਾ ਦੂਰ ਸਦਰਨ ਮੈਨੀਟੋਬਾ ਦੇ ਵਿੱਚ RCMP ਤੇ ਬਾਰਡਰ ਅਫੀਸ਼ੀਅਲਸ ਨੇ ਜੰਮੀਆਂ ਹੋਈਆਂ ਲਾਸ਼ਾਂ 2, ਇੱਕ ਕਪਲ ਦੀਆਂ ਤੇ 2 ਬੱਚਿਆਂ ਦੀਆਂ ਉੱਥੋਂ ਲੱਭੀਆਂ ਸੀ। ਹੁਣ ਇਸ ਵਿਅਕਤੀ ਦਾ ਸੰਬੰਧ ਉਹਦੇ ਨਾਲ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਜੋੜਿਆ ਜਾ ਰਿਹਾ। ਸਟੀਵ ਸ਼ੈਂਡ 47 ਸਾਲ ਦੀ ਉਮਰ ਦਾ ਵਿਅਕਤੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਕਿ ਇਹ ਪੈਸੇ ਲੈ ਕੇ ਕੈਨੇਡਾ ਤੋਂ ਅਮਰੀਕਾ ਵਾਲੇ ਪਾਸੇ ਬਾਰਡਰ ਦੇ ਉੱਤੇ ਲੰਘਾ ਰਿਹਾ ਸੀ। ਪਹਿਲਾਂ ਇਹਨੂੰ ਗ੍ਰਿਫਤਾਰ ਕੀਤਾ ਸੀ, ਫਿਰ ਬਾਅਦ ਦੇ ਵਿੱਚ ਹੁਣ ਇਹਨੂੰ ਦੋਸ਼ੀ ਦੱਸਿਆ ਜਾ ਰਿਹਾ। ਹਜੇ ਜਿਹੜੀ ਆ ਨਵੀਂ ਕੋਰਟ ਡੇਟ ਇਸ ਮਾਮਲੇ ਦੇ ਵਿੱਚ ਸੈੱਟ ਕੀਤੀ ਜਾ ਰਹੀ ਹੈ ਕਿ ਕਦੋਂ ਅਗਲੀ ਤਰੀਕ ਪੈਣੀ ਆ, ਤੇ ਉਹਦੇ ਤੋਂ ਬਾਅਦ ਇਹਦੀ ਕੋਰਟ ਦੇ ਵਿੱਚ ਅਪੀਅਰੈਂਸ ਸੇਂਟ ਪਾਲ ਦੇ ਵਿੱਚ, ਮਿਨੀਆਪੋਲਿਸ ਦੇ ਵਿੱਚ ਕੀਤੀ ਜਾਊਗੀ। ਦਰਜਨ ਦੇ ਕਰੀਬ ਫੈਮਿਲੀ ਮੈਂਬਰ ਜਿਹੜੇ ਅਮਰੀਕਾ ਤੇ ਇੰਡੀਆ ਤੋਂ ਵਿਨੀਪੈਗ ਦੇ ਵਿੱਚ ਪਿਛਲੇ ਹਫ਼ਤੇ ਪਹੁੰਚੇ ਸੀਗੇ ਉਹਨਾਂ ਦੇ ਫਿਊਨਲ ਦੇ ਉੱਤੇ। ਜਗਦੀਸ਼ ਪਟੇਲ 39 ਸਾਲ ਉਮਰ ਸੀ, ਉਹਦੀ ਪਤਨੀ ਸੀ ਵੈਸ਼ਾਲੀ ਬੇਨ ਪਟੇਲ 37 ਸਾਲ, ਤੇ 11 ਸਾਲਾਂ ਦਾ ਇੱਕ ਉਹਨਾਂ ਦੀ ਬੇਟੀ ਸੀ ਵਿਸ਼ਾਂਗੀ, ਤੇ 3 ਸਾਲਾਂ ਦਾ ਬੇਟਾ ਸੀ ਧਾਰਮਿਕ ਪਟੇਲ। ਪਿਛਲੇ ਹਫ਼ਤੇ ਉਹਨਾਂ ਦਾ ਫਿਊਨਲ ਸੀ। ਉਸ ਫਿਊਨਲ ਦੇ ਉੱਤੇ ਬਹੁਤ ਸਾਰੇ ਰਿਲੇਟਿਵ ਉਹਨਾਂ ਦੇ ਅਮਰੀਕਾ ਵਿੱਚ ਰਹਿੰਦੇ ਆ, ਇੰਡੀਆ ਦੇ ਵਿੱਚ, ਉਹ ਸਾਰੇ ਉੱਥੇ ਪਹੁੰਚੇ ਆ। RCMP ਇਹ ਕਹਿ ਰਹੀ ਆ ਕਿ ਜਿਹੜੀ ਇਹ ਪਰਿਵਾਰ ਸੀ ਟੋਰਾਂਟੋ ਦੇ ਵਿੱਚ 12 ਜਨਵਰੀ ਨੂੰ ਪਹੁੰਚਿਆ ਸੀ, ਤੇ ਉਹਦੇ ਤੋਂ ਬਾਅਦ ਇਹਨਾਂ ਨੇ ਮੈਨੀਟੋਬਾ ਪਹੁੰਚ ਗਏ, ਤੇ ਇਹਦੇ ਤੋਂ ਬਾਅਦ ਇਹ ਜਿਹੜੇ ਬਾਅਦ ਦੇ ਵਿੱਚ ਇਹਨਾਂ ਨੇ ਅਮਰੀਕਾ ਜਾਣਾ ਸੀ, ਜਿਹਦੇ ਲਈ ਇਹਨਾਂ ਨੇ ਕਿਸੇ ਨੂੰ ਪੈਸੇ ਦਿੱਤੇ ਸੀ, $1000 ਦਿੱਤਾ ਸੀ। $1000 ਦੇ ਵਿੱਚ ਉਹਨੇ ਬਾਰਡਰ ਪਾਰ ਕਰਾ ਦੇਣਾ ਸੀ। ਠੰਡ ਇੰਨੀ ਜ਼ਿਆਦਾ ਸੀ ਕਿ ਪਤਾ ਨਹੀਂ ਲੱਗਿਆ ਉੱਥੇ ਕਿੱਥੇ ਉਲਝ ਗਿਆ, ਰਸਤਾ ਭੁੱਲ ਗਿਆ, ਕੀ ਹੋ ਗਿਆ। 11 ਘੰਟੇ ਬਰਫ਼ ਦੇ ਵਿੱਚ ਪਏ ਜੰਮ ਗਏ, ਪਛਾਣਿਆ ਵੀ ਨਹੀਂ ਸੀ ਜਾ ਰਿਹਾ ਕਿ ਕੌਣ ਆ, ਮੇਲ ਆ ਫੀਮੇਲ ਆ ਇਸ ਮਾਮਲੇ ਦੇ ਵਿੱਚ। ਔਰ ਹੁਣ ਇਸ ਵਿਅਕਤੀ ਨੂੰ ਜਿਹੜਾ ਦੋਸ਼ੀ ਠਹਿਰਾਇਆ ਜਾਣਾ, ਇਹਦੇ ਤੋਂ ਬਾਅਦ ਲੱਗਦਾ ਹੈ ਕਿ ਕੁਛ ਨਾ ਕੁਛ ਇਸ ਚੀਜ਼ ਨੂੰ ਠੱਲ ਪਊਗੀ। ਇਹ ਰਿਪੋਰਟ ਜਿਹੜੀ ਆ ਜਦੋਂ ਅੱਗੇ ਚੱਲਦੀ ਆ ਕੀ ਉਹਨੂੰ ਸਜ਼ਾ ਕਿਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ, ਤਾਂ ਇਸ ਮਾਮਲੇ ਦੇ ਵਿੱਚ ਜਿਹੜੀ ਸਮਗਲਿੰਗ ਇੱਧਰਲੇ ਪਾਸਿਓਂ ਉੱਧਰਲੇ ਪਾਸੇ ਨੂੰ ਹੋ ਰਹੀ ਆ, ਲੋਕ ਜਾ ਰਹੇ ਆ, ਹੋ ਸਕਦਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਉਹ ਰੁਕ ਜਾਵੇ। ਆਟਵਾ ਦੇ ਵਿੱਚ ਟਰੱਕਾਂ ਦੇ ਪ੍ਰਦਰਸ਼ਨ ਦੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਕਈ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ। ਕੁਝ ਥਾਵਾਂ ਦੇ ਉੱਤੇ ਇਹ ਇਲਜ਼ਾਮ ਲੱਗ ਰਿਹਾ ਪੁਲਿਸ ਵਾਲਿਆਂ ਦੇ ਉੱਤੇ ਕਿ ਜਿਹੜੇ ਪੁਲਿਸ ਵਾਲੇ ਆ ਉਹ ਇਹਨਾਂ ਦੇ ਨਾਲ ਢਿੱਲ ਵਰਤ ਰਹੇ ਆ, ਜਾਂ ਇੱਦਾਂ ਕਹਿ ਲਓ ਵੀ ਇਹਨਾਂ ਦੇ ਨਾਲ ਇਹਨਾਂ ਦਾ ਕਿਤੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਰੋਕਿਆ ਜਾ ਸਕਦਾ, ਪਰ ਕਿਉਂਕਿ ਪੁਲਿਸ ਦੀ ਹਮਦਰਦੀ ਕਿਤੇ ਨਾ ਕਿਤੇ ਵਿੱਚ ਕੁਝ ਆਫੀਸਰਸ ਦੀ ਇਹਨਾਂ ਦੇ ਨਾਲ ਆ, ਇਸ ਕਰਕੇ ਮਾਮਲਾ ਨਹੀਂ ਸੁਲਝ ਰਿਹਾ। ਇੱਕ ਵੀਡੀਓ ਸਾਹਮਣੇ ਆਈ ਸੀ ਅਲਬਰਟਾ ਦੀ। ਅਲਬਰਟਾ ਦੇ ਵਿੱਚ ਇੱਕ ਪੁਲਿਸ ਵਾਲਾ ਇਸ ਡੈਮੋਸਟ੍ਰੇਸ਼ਨ ਦੇ ਵਿੱਚ ਖੜੇ ਵਿਅਕਤੀ ਨੂੰ ਜੱਫੀ ਪਾ ਰਿਹਾ ਸੀ। ਉਸ ਗੱਲ ਤੇ ਕਾਫੀ ਆਲੋਚਨਾ ਹੋਈ ਸੀ ਕਿ ਪੁਲਿਸ ਵਾਲਾ ਤਾਂ ਉਹਨਾਂ ਨੂੰ ਹਟਾਉਣ ਦੇ ਲਈ ਗਿਆ, ਉਹ ਉਹਨਾਂ ਨੂੰ ਹੱਗ ਕਿਉਂ ਕਰ ਰਿਹਾ। ਇਹੋ ਜਿਹੀ ਇੱਕ ਵੀਡੀਓ ਅੱਜ RCMP ਸਰੀ ਦੇ ਇੱਕ ਆਫੀਸਰ ਦੀ ਸਾਹਮਣੇ ਆਈ ਹੈ, ਜਿਹਦੇ ਵਿੱਚ ਉਹ ਇਹਨਾਂ ਡੈਮੋਸਟ੍ਰੇਟਰ ਨੂੰ ਹੱਗ ਕਰ ਰਿਹਾ ਹੈ। ਹੁਣ ਇਸ ਮਾਮਲੇ ਦੇ ਵਿੱਚ ਰੌਲਾ ਰੱਪਾ ਪੈ ਗਿਆ ਕਿ ਇਹ ਸੋਮਵਾਰ ਸ਼ਾਮ ਨੂੰ ਆਫੀਸਰਸ ਜਿਹੜੇ ਆ ਪੈਸੀਫਿਕ ਹਾਈਵੇ ਦੇ ਉੱਤੇ ਪਹੁੰਚੇ। ਉਸ ਕ੍ਰਾਸਿੰਗ ਦੇ ਉੱਤੇ ਤੁਹਾਨੂੰ ਪਤਾ ਕਿ ਸਾਰਾ ਇਹਨਾਂ ਨੇ ਜਿਹੜਾ ਰੋਕਿਆ ਸੀ, ਸੋਮਵਾਰ ਤੱਕ ਵੀ ਇਹ ਰੁਕਿਆ ਸੀ। ਉੱਥੇ 12 ਜਿਹੜੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਕਿ ਤੁਸੀਂ ਬਾਰਡਰ ਨੂੰ ਕਿਉਂ ਰੋਕ ਰਹੇ ਆ। ਟਿਕਟੌਕ ਦੇ ਉੱਤੇ ਇਹ ਵੀਡੀਓ ਜਿਹੜੀ ਸਾਹਮਣੇ ਆ ਗਈ ਆ, ਜਿਹਦੇ ਵਿੱਚ ਇਹ ਪੁਲਿਸ ਵਾਲਾ ਤੇ ਡੈਮੋਸਟ੍ਰੇਟਰ ਇੱਕ ਦੂਜੇ ਨੂੰ ਗਲੇ ਮਿਲ ਰਹੇ ਆ। ਹੁਣ ਇਸ ਗੱਲ ਨੇ ਕਾਫੀ ਜਿਹੜਾ ਕਈ ਹੋਰ ਵੀਡੀਓ ਵੀ ਆਈਆਂ ਜਿਹਦੇ ਵਿੱਚ ਉਹ ਹੱਥ ਮਿਲਾ ਰਹੇ ਆ ਉਹਨਾਂ ਦੇ ਨਾਲ। ਸੋਸ਼ਲ ਮੀਡੀਆ ਦੇ ਪੋਸਟ ਦੇ ਉੱਤੇ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਵੀ ਇਹ ਉਹ ਆਰਗੇਨਾਈਜ਼ਰ ਨੇ ਜਿਹੜੇ 176 ਸਟਰੀਟ ਦੇ ਉੱਤੇ ਪ੍ਰੋਟੈਸਟ ਕਰ ਰਹੇ ਸੀ। ਹੁਣ ਮਾਹਰਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਇਹ ਮਾਮਲਾ ਕੀ ਹੈ, ਕੀ ਇੱਦਾਂ ਕਰਨਾ ਗਲਤ ਆ, ਜਾਂ ਇਹਦੇ ਪਿੱਛੋਂ ਕੀ ਦੇਖਿਆ ਜਾਵੇ ਕਿ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਦਿਲੋਂ ਹਮਦਰਦੀ ਹੈ ਇਹਨਾਂ ਦੇ ਨਾਲ, ਜਾਂ ਇਹਦਾ ਮਤਲਬ ਕੀ ਆ। ਜਿਹੜੇ ਹਾਰਵਰਡ ਰਮਸ ਪ੍ਰੋਫੈਸਰ ਨੇ ਸੋਸ਼ੀਓਲੋਜੀ ਦੇ ਵੈਸਟਰਨ ਯੂਨੀਵਰਸਿਟੀ ਦੇ, ਉਹ ਇਹ ਕਹਿ ਰਹੇ ਆ ਕਿ ਇਹ ਚੀਜ਼ ਕੋਈ ਇੰਨੀ ਅਨਕਾਮਨ ਨਹੀਂ ਹੈ ਜਿੱਡੀ ਵੱਡੀ ਇਹ ਖਬਰ ਬਣਾਈ ਜਾ ਰਹੀ ਹੈ। ਪੁਲਿਸ ਦੀ ਇੱਕ ਸਟ੍ਰੈਟਜੀ ਵੀ ਹੁੰਦੀ ਆ, ਪੁਲਿਸ ਦਾ ਇੱਕ ਢੰਗ ਤਰੀਕਾ ਵੀ ਹੁੰਦਾ
ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕਨਵਿੰਸ ਕਰਨਾ ਜਾਂ ਉੱਥੋਂ ਹਟਾਉਣਾ, ਘੱਟੋ ਘੱਟ ਪਹਿਲਾਂ ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਦੇ ਨਾਲ ਹਮਦਰਦੀ ਕਰਨੀ ਪ੍ਰੋਟੈਸਟਰਸ ਦੇ ਨਾਲ, ਫਿਰ ਜਿਹੜਾ ਹੈ ਉਹਦੇ ਤੋਂ ਬਾਅਦ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਫਿਰ ਉਹਨਾਂ ਨੂੰ ਇਹਦੇ ਤੋਂ ਬਾਅਦ ਉਹਨਾਂ ਦੇ ਨੇੜੇ ਜਾ ਕੇ ਤਾਂ ਫਿਰ ਉਹਨਾਂ ਨੂੰ ਉੱਥੋਂ ਪਰੇ ਕਰਨਾ। ਇਹ ਕਹਿੰਦੇ ਇਹ ਜਿਹੜੀ ਇੰਨੀ ਅਨਕੋਮਨ ਚੀਜ਼ ਨਹੀਂ ਆ, ਪਰ ਦੂਜੇ ਪਾਸੇ ਇਹਦਾ ਅਰਥ ਬਹੁਤ ਡੂੰਘਾ ਜਾਂਦਾ ਤੇ ਪੂਰੇ ਕੈਨੇਡਾ ਦੇ ਵਿੱਚ ਪਿਛਲੇ 3 ਹਫ਼ਤੇ ਤੋਂ ਜੋ ਕੁਝ ਹੋ ਰਿਹਾ, ਕਿਤੇ ਨਾ ਕਿਤੇ ਇਹਦਾ ਗਲਤ ਮੈਸੇਜ ਵੀ ਜਾਂਦਾ ਹੈ। ਉਹ ਕਹਿੰਦੇ ਹਾਲਾਂਕਿ ਇਸ ਪ੍ਰੋਟੈਸਟ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਜਿਹੜੇ ਆਰਗੇਨਾਈਜ਼ਰ ਆ, ਉਹ ਪੁਲਿਸ, ਇਹਦਾ ਇਹ ਵੀ ਗੱਲ ਪਤਾ ਲੱਗਦੀ ਆ ਕਿ ਜਿਹੜੇ ਆਰਗੇਨਾਈਜ਼ਰ ਨੇ ਪ੍ਰੋਟੈਸਟ ਕਰਨ ਵਾਲੇ, ਉਹ ਪੁਲਿਸ ਦੀਆਂ ਸਾਰੀਆਂ ਚਾਲਾਂ ਤੋਂ ਅਵੇਅਰ ਨੇ। ਉਹਨਾਂ ਨੂੰ ਇਹ ਵੀ ਪਤਾ ਕਿ ਇਹ ਸਾਡੇ ਨਾਲ ਹਮਦਰਦੀ ਕਰਕੇ ਇੱਦਾਂ ਵੀ ਕਰ ਸਕਦੇ ਆ, ਇਹ ਵੀ ਪਤਾ ਕਿ ਸਾਨੂੰ ਗੱਲਾਂ 'ਚ ਲੈ ਕੇ ਕੁਛ ਨਾ ਕੁਛ ਕਰ ਸਕਦੇ ਆ, ਤੇ ਉਹ ਇਸ ਚੀਜ਼ ਤੋਂ ਬਚਣ ਦੇ ਲਈ ਕੁਛ ਵੀ ਕਰ ਰਹੇ ਆ। ਜਿਹੜੇ ਉੱਥੇ ਆਪਣੇ ਬੱਚੇ ਨਾਲ ਲੈ ਕੇ ਜਾ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਬੱਚੇ ਜਦੋਂ ਉੱਥੇ ਆ ਤਾਂ ਫਿਰ ਸਿਚੁਏਸ਼ਨ ਦੇ ਵਿੱਚ ਪੁਲਿਸ ਉਸ ਤਰੀਕੇ ਨਾਲ ਨਹੀਂ ਕਰ ਰਹੀ। ਹੁਣ ਜਿਹੜਾ ਕੁਛ ਪੁਲਿਸ ਆਫੀਸਰਸ ਦੇ ਜ਼ਿਆਦਾ ਉਹਨਾਂ ਦੇ ਨੇੜੇ ਹੋਣ ਦੀਆਂ ਖਬਰਾਂ ਵੀ ਆਈਆਂ ਸੀ ਕਿ ਜਿੱਥੇ ਸੱਚਮੁੱਚ ਪੁਲਿਸ ਆਫੀਸਰਸ ਨੂੰ ਲੱਗਿਆ ਵੀ ਇਹ ਜਿਹੜੇ ਸਾਡੇ ਨਾਲ ਦੇ ਉਹਨਾਂ ਨੂੰ ਜੱਫੀਆਂ ਪਾ ਕੇ ਮਿਲ ਰਹੇ ਆ, ਵੀ ਇਹ ਗੱਲ ਕਿਤੇ ਗੜਬੜ ਆ। ਤੇ ਉਹ ਜਿਹੜੇ ਸੀਗੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਉਹਨਾਂ ਨੂੰ ਛੁੱਟੀ ਦੇ ਉੱਤੇ ਵੀ ਭੇਜਿਆ ਗਿਆ, ਜਿਹੜੀ ਇੱਕ ਤਰੀਕੇ ਦੇ ਨਾਲ ਸਜ਼ਾ ਹੀ ਮੰਨੀ ਜਾਂਦੀ ਆ ਵੱਖ-ਵੱਖ ਡਿਟੈਚਮੈਂਟ ਵੱਲ ਉਹਨਾਂ ਦੇ ਬਿਹੇਵੀਅਰ ਕਰਕੇ, ਕਿ ਤੁਸੀਂ ਇਹ ਕਰ ਕੀ ਰਹੇ ਆ, ਅਸੀਂ ਇਹਨਾਂ ਨੂੰ ਹਟਾਉਣ ਦੇ ਲਈ ਆਏ ਆ ਤੇ ਤੁਸੀਂ ਇਹਨਾਂ ਨੂੰ ਜੱਫੀਆਂ ਪਾ ਰਹੇ ਆ। ਇਹ ਹੁਣ ਜਿਹੜਾ ਜਦੋਂ ਬਲੈਕ ਲਾਈਵਜ਼ ਮੈਟਰ ਪ੍ਰੋਟੈਸਟ ਹੋਏ ਸੀ, ਉਸ ਵੇਲੇ ਵੀ ਇੱਦਾਂ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਸੀ ਕਿ ਜਿੱਥੇ ਜਿਹੜੇ ਪੁਲਿਸ ਵਾਲੇ ਆ ਉਹ ਪ੍ਰੋਟੈਸਟਰਸ ਦੇ ਨਾਲ ਸੈਲਫੀਜ਼ ਲੈ ਰਹੇ ਸੀ। ਹੁਣ ਫੇਰ ਇੱਕ ਵਾਰੀ ਇਹਨਾਂ ਦਾ ਉਹਨਾਂ ਦੇ ਨਾਲ ਮਿਲਣਾ, ਪਹਿਲਾਂ ਅਲਬਰਟਾ ਦੇ ਵਿੱਚੋਂ ਇਹ ਵੀਡੀਓ ਆਉਣੀ ਆ ਤੇ ਫਿਰ ਇੱਥੋਂ ਸਰੀ RCMP ਦੀ ਇਹ ਵੀਡੀਓ ਆਉਣੀ, ਇਹਨੇ ਕਿਤੇ ਨਾ ਕਿਤੇ ਇੱਕ ਚਿੰਤਾ ਪੈਦਾ ਕੀਤੀ ਹੈ, ਬਹੁਤ ਸਾਰੇ ਸਵਾਲ ਪੈਦਾ ਕੀਤੇ ਆ ਕਿ ਪੁਲਿਸ ਦਾ ਇਸ ਤਰੀਕੇ ਦਾ ਰੋਲ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਤੇ ਇਹਦੇ ਉੱਤੇ ਕੀ ਐਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ। ਸਰੀ ਤੇ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਗੋਲੀਬਾਰੀ ਦੇ ਮਾਮਲੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ। ਕੱਲ੍ਹ ਇੱਕ ਗੋਲੀ ਚੱਲਣ ਦੀਆਂ ਖਬਰਾਂ ਆ ਰਹੀਆਂ ਕਿ ਲਗਭਗ ਤੜਕੇ ਅੱਧੀ ਰਾਤ ਤੋਂ ਬਾਅਦ 2 ਵਜੇ ਦੇ ਕਰੀਬ 110 ਐਵਨਿਊ ਤੇ 132 ਸਟਰੀਟ ਦੇ ਉੱਤੇ ਗੋਲੀ ਚੱਲਣ ਦੀ ਇੱਕ ਘਰ ਦੇ ਉੱਤੇ ਖਬਰ ਮਿਲੀ ਆ। ਪੁਲਿਸ ਨੂੰ 911 ਦੇ ਉੱਤੇ ਬਹੁਤ ਸਾਰੀਆਂ ਕਾਲਸ ਆਈਆਂ ਵੀਰਵਾਰ ਤੜਕੇ ਕਿ ਉਸ ਥਾਂ ਦੇ ਉੱਤੇ ਗੋਲੀ ਚੱਲੀ ਆ। ਭਾਵੇਂ ਕਿ ਇਸ ਗੋਲੀ ਚੱਲਣ ਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ, ਪਰ ਜਿਹੜੀ ਪੁਲਿਸ ਆ ਉਹ ਕਹਿ ਰਹੀ ਆ ਕਿ ਮਾਮਲਾ ਥੋੜ੍ਹਾ ਜਿਹਾ ਸੰਜੀਦਾ ਆ। ਇਹਨੂੰ ਅਸੀਂ ਭਾਵੇਂ ਇਹ ਕਿ ਬਾਕੀ ਸਰੀ ਜਾਂ ਵੈਨਕੂਵਰ ਦੇ ਆਲੇ ਦੁਆਲੇ ਜਿਹੜੀ ਗੈਂਗ ਕਨਫਲਿਕਟ ਚੱਲ ਰਿਹਾ ਉਹਦੇ ਨਾਲ ਇਹਦਾ ਕੋਈ ਸੰਬੰਧ ਹੈਗਾ ਜਾਂ ਨਹੀਂ ਹੈਗਾ, ਪਰ ਫਿਰ ਵੀ ਇਹ ਮਾਮਲਾ ਬਹੁਤ ਸੰਜੀਦਾ ਆ। ਗੋਲੀਆਂ ਚੱਲੀਆਂ ਉਸ ਘਰ ਦੇ ਉੱਤੇ, ਕਾਫੀ ਸਾਰਾ ਉਸ ਘਰ ਦਾ ਨੁਕਸਾਨ ਹੋਇਆ। ਸਰਬਜੀਤ ਸੰਘਾ, ਕਾਂਸਟੇਬਲ ਸਰਬਜੀਤ ਸੰਘਾ ਨੇ ਇਹ ਜਾਣਕਾਰੀ ਦਿੱਤੀ ਹੈ। ਉਹ ਕਹਿੰਦੇ ਹਜੇ ਤੱਕ ਇਹਦਾ ਮਕਸਦ ਨਹੀਂ ਪਤਾ ਲੱਗਿਆ ਵੀ ਕਿਸੇ ਨੂੰ ਡਰਾਉਣ ਦੇ ਲਈ ਇਹ ਗੋਲੀਆਂ ਚੱਲੀਆਂ, ਕਿਸੇ ਨੂੰ ਮਾਰਨ ਦੇ ਲਈ ਗੋਲੀਆਂ ਚੱਲੀਆਂ, ਉਹ ਵਿਅਕਤੀ ਬਚ ਗਿਆ, ਕਾਰਨ ਕੀ ਸੀਗਾ। ਕਿਉਂਕਿ ਥੋੜ੍ਹਾ ਚਿਰ ਪਹਿਲਾਂ ਸਰੀ ਦੇ ਵਿੱਚ ਅਸੀਂ ਦੇਖਿਆ ਕਿ ਇੱਕ ਮਿਸਟੇਕਨ ਆਇਡੈਂਟੀਟੀ ਕਿਸੇ ਹੋਰ ਦੇ ਘਰ ਉੱਤੇ ਕੋਈ ਗੋਲੀਆਂ ਚਲਾ ਕੇ ਆਪਣੀ ਵੀਡੀਓ ਬਣਾ ਕੇ ਚਲਿਆ ਗਿਆ ਕਿ ਉਹ ਕਿਸੇ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੁੰਦਾ ਸੀ। ਇਹ ਗੋਲੀ ਚੱਲਣ ਦੇ ਪਿੱਛੇ ਕਾਰਨ ਕੀ ਸੀ ਹਜੇ ਤੱਕ ਸਪਸ਼ਟ ਨਹੀਂ ਹੋ ਰਿਹਾ। ਪੁਲਿਸ ਵਾਲੇ ਕੰਮ ਕਰ ਰਿਹਾ ਐਂਟੀ ਗੈਂਗ ਸਕੁਐਡ ਦੇ ਨਾਲ ਜਾਂ ਕੰਬਾਈਨਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ, ਉਹਦੇ ਨਾਲ ਤੇ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਚੱਲ ਰਹੀ ਹੈ। ਕਿਉਂਕਿ ਰੀਜਨ ਦੇ ਵਿੱਚ ਪਹਿਲਾਂ ਬਹੁਤ ਸਾਰੀਆਂ ਗੋਲੀਆਂ ਚੱਲ ਰਹੀਆਂ, ਇਹਨਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਹੈਗਾ ਜਾਂ ਨਹੀਂ ਹੈਗਾ ਇਹ ਵੀ ਅਜੇ ਤੱਕ ਪਤਾ ਨਹੀਂ ਲੱਗ ਰਿਹਾ। ਇਹਨੂੰ ਜਿਹੜਾ ਲੋਅਰ ਮੇਨਲੈਂਡ ਦਾ ਗੈਂਗ ਕਨਫਲਿਕਟ ਆ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਇਹਦਾ ਸੰਬੰਧ ਕਿਤੇ ਨਾ ਕਿਤੇ ਉਸ ਪਾਸੇ ਵੀ ਹੋ ਸਕਦਾ ਆ। ਇਹ ਪਰਿਵਾਰ ਦੱਸਦੇ ਆ ਕਿ ਘਰ ਆਇਆ ਸੀ ਕਿ ਜਦੋਂ ਇਹ ਗੋਲੀਆਂ ਚੱਲੀਆਂ, ਪਰ ਗੋਲੀ ਕਿਸੇ ਦੇ ਵੀ ਲੱਗੀ ਨਹੀਂ। ਪੁਲਿਸ ਇਹ ਵੀ ਕਹਿ ਰਹੀ ਹੈ ਕਿ ਜੇ ਕਿਸੇ ਨੂੰ ਇਸ ਇਲਾਕੇ ਦੇ ਵਿੱਚੋਂ ਉਸ ਵੇਲੇ 2 ਵਜੇ ਤੜਕੇ ਵੀਰਵਾਰ ਨੂੰ 110 ਐਵਨਿਊ ਜਾਂ 132 ਸਟਰੀਟ ਦੇ ਨੇੜੇ ਤੇੜੇ ਹੋਣ, ਵਾਲੀ ਦਾ ਏਰੀਆ ਜਿਹੜਾ ਇਹ ਸਰੀ ਦੇ ਵਿੱਚ, ਤਾਂ ਸਾਨੂੰ ਜ਼ਰੂਰ ਦੱਸਣ। ਕਿਸੇ ਕੋਲ ਕੋਈ ਵੀਡੀਓ ਹੋਵੇ ਉਹ ਸਾਡੇ ਨਾਲ ਸੰਪਰਕ ਕਰੇ। 604 599 0502 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਕੋਈ ਵਿਅਕਤੀ ਆਪਣੀ ਜਿਹੜੀ ਪਛਾਣ ਗੁਪਤ ਰੱਖਣੀ ਚਾਹੁੰਦਾ, ਨਹੀਂ ਦੱਸਣਾ ਚਾਹੁੰਦਾ, ਤਾਂ ਉਹ 1-800 222 8477 ਦੇ ਉੱਤੇ ਵੀ ਕਾਲ ਕਰਕੇ ਦੱਸ ਸਕਦਾ ਆ। ਇੱਥੇ ਇਹ ਗੱਲ ਵੀ ਵਰਣਨਯੋਗ ਆ, ਸਰੀ ਵੈਨਕੂਵਰ ਦੇ ਵਿੱਚ ਜਿਹੜੀਆਂ ਗੋਲੀਆਂ ਚੱਲ ਰਹੀਆਂ ਇਹ ਨਾ ਤਾਂ ਇੱਕ ਏਰੀਏ ਦੇ ਨਾਲ ਸੰਬੰਧਿਤ ਨੇ, ਨਾ ਇੱਕ ਸ਼ਹਿਰ ਦੇ ਨਾਲ ਸੰਬੰਧਿਤ ਨੇ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਨੈਕਸਸ ਬਣਿਆ ਹੈ ਗੈਂਗਸਟਰਸ ਦਾ, ਜਿਹੜਾ ਆਪਸ ਦੇ ਵਿੱਚ ਚੱਲਦਾ। ਕੋਈ ਪਿੱਛੇ ਜੇ ਇੱਥੋਂ ਦੇ ਰਹਿਣ ਵਾਲੇ ਨੌਜਵਾਨ ਜਿਹਨੂੰ ਡਿਪੋਰਟ ਕੀਤਾ ਗਿਆ ਸੀ ਬਾਹਰਲੇ ਦੇਸ਼ ਦੇ ਵਿੱਚ, ਉਹਨੂੰ ਇੱਕ ਦੂਜੇ ਗੈਂਗਸ ਦੁਆਰਾ ਮਾਰ ਦਿੱਤਾ ਜਾਣਾ,
ਇੱਥੇ ਗੋਲੀਆਂ ਚੱਲਣੀਆਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਆਪਸ ਦੇ ਵਿੱਚ ਜੁੜੇ ਨੇ। ਇਸ ਥਾਂ ਦੇ ਉੱਤੇ ਚੱਲਣੀਆਂ ਗੋਲੀਆਂ ਦਾ ਉਹਦੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ, ਪਰ ਪੁਲਿਸ ਕਹਿ ਰਹੀ ਹੈ ਕਿ ਮਾਮਲਾ ਬਹੁਤ ਸੰਜੀਦਾ ਹੈ ਤੇ ਇਹਦੀ ਪੜਤਾਲ ਅਜੇ ਜਾਰੀ ਹੈ। ਮੌਸਮ ਦੀ ਮਾਰ ਪੂਰੀ ਦੁਨੀਆ ਦੇ ਵਿੱਚ ਹੀ ਪਿਛਲੇ ਸਮੇਂ ਦੇ ਵਿੱਚ ਬਹੁਤ ਪਈ ਆ, ਲਗਾਤਾਰ ਇਹ ਵੱਧ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਖਾਸ ਤੌਰ 'ਤੇ ਇਸ ਦੀ ਮਾਰ ਪਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿੱਛੇ ਹੜ੍ਹ ਆਏ ਤੇ ਉਹਦੇ ਤੋਂ ਪਹਿਲਾਂ ਵਾਈਲਡ ਫਾਇਰ ਨੇ ਬਹੁਤ ਪਰੇਸ਼ਾਨ ਕੀਤਾ। ਲਿਟਨ ਪਿੰਡ ਜਿਹੜਾ, ਉਸ ਪਿੰਡ ਦੇ ਵਿੱਚ ਪੂਰੀ ਦਾ ਪੂਰਾ ਪਿੰਡ ਤਬਾਹ ਹੋ ਗਿਆ ਸੀ। ਹੁਣ ਉਸ ਪਿੰਡ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ। ਜਿਹੜੀ ਅੱਗ ਦੇ ਨਾਲ ਜਿੰਨਾ ਇਸ ਫਰੇਜ਼ਰ ਕੈਨਨ ਕਮਿਊਨਿਟੀ ਲਾਸਟ ਜੂਨ ਦੇ ਵਿੱਚ ਸਾਰੀ ਦੀ ਸਾਰੀ ਤਬਾਹ ਹੋ ਗਈ ਸੀ। ਉੱਥੇ ਬਹੁਤ ਜਿਹੜੀਆਂ ਮੇਜਰ ਸਰਵਿਸਿਜ਼ ਨੇ, ਪਾਣੀ ਦੀ, ਸੀਵਰ ਦੀ, ਸਾਰਾ ਕੁਛ ਹੀ ਖਤਮ ਹੋ ਗਿਆ ਸੀ। ਜਿਹੜੇ ਘਰ ਨੇ ਉਹ ਸੜ ਕੇ ਸੁਆਹ ਹੋ ਗਏ ਸੀ। ਲੋਕ ਹਜੇ ਤੱਕ ਉਸ ਸਦਮੇ ਦੇ ਵਿੱਚੋਂ ਬਾਹਰ ਨਹੀਂ ਆਏ। ਪ੍ਰੋਵਿੰਸ ਨੇ ਲਗਾਤਾਰ ਕੋਸ਼ਿਸ਼ ਕੀਤੀ ਸੀ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਲਦੀ ਸਾਰਾ ਕੁਛ ਇੱਥੇ ਠੀਕ ਠਾਕ ਕਰ ਲਿਆ ਜਾਵੇ। ਬਹੁਤ ਸਾਰੇ ਲੋਕ ਜਿਹੜੇ ਉੱਥੇ ਰਹਿਣ ਵਾਲੇ ਸੀ, ਜਿਨ੍ਹਾਂ ਦੇ ਘਰ ਇਸ ਅੱਗ ਦੇ ਵਿੱਚ ਤਬਾਹ ਹੋ ਗਏ ਸੀ, ਉਹ ਲਗਾਤਾਰ ਫਰਸਟ੍ਰੇਸ਼ਨ ਦੇ ਵਿੱਚੋਂ ਲੰਘ ਰਹੇ ਆ, ਐਂਗਜ਼ਾਇਟੀ ਦੇ ਵਿੱਚੋਂ ਲੰਘ ਰਹੇ ਆ। ਉਹ ਇਹ ਕਹਿ ਰਹੇ ਆ ਕਿ ਪ੍ਰੋਵਿੰਸ ਦਾ ਜਿਹੜਾ ਰਿਸਪੌਂਸ ਆ ਇਸ ਮਾਮਲੇ ਦੇ ਵਿੱਚ ਬਹੁਤ ਸਲੋ ਆ। ਪ੍ਰੋਵਿੰਸ ਬਹੁਤ ਜਲਦੀ ਇਹ ਸਾਰਾ ਕੁਛ ਕਰ ਸਕਦਾ ਆ, ਇਹਨਾਂ ਨੂੰ ਬਿਲਡ ਕਰ ਸਕਦਾ, ਪਰ ਜਿਹੜੀ ਸਰਕਾਰ ਆ ਉਹਦੀ ਪ੍ਰਾਇਓਰਟੀ ਇਸ ਪਾਸੇ ਨਹੀਂ। ਲੋਕ ਇਸ ਤਰ੍ਹਾਂ ਦੀਆਂ ਗੱਲਾਂ ਲਿਟਨ 'ਚ ਰਹਿਣ ਵਾਲੇ ਜਿਹੜੇ ਕਰਨ ਲੱਗ ਪਏ ਸੀ। ਹੁਣ ਉਹ ਇਹ ਵੀ ਉਹਨਾਂ ਨੇ ਕਿਹਾ ਵੀ 4-5 ਮਹੀਨੇ ਇਹਨਾਂ ਨੇ ਵੈਸੇ ਹੀ ਖਰਾਬ ਕਰ ਦਿੱਤੇ, ਤੇ ਪਰ ਸਾਡਾ ਜਿਹੜਾ ਸਾਰਾ ਕੁਛ ਉੱਥੇ ਤਬਾਹ ਹੋ ਗਿਆ ਅੱਗ ਦੇ ਵਿੱਚ, ਉਹਦੇ ਦਰਦ ਦਾ ਅਹਿਸਾਸ ਕਿਸੇ ਨੂੰ ਨਹੀਂ ਆ। ਉਹਦੇ ਤੋਂ ਬਾਅਦ ਮਾਈਕ ਫਾਰਨਵਰਥ ਨੇ ਕਿਹਾ ਸੀ ਕਿ ਅਸੀਂ ਇਸ ਫਰਸਟ੍ਰੇਸ਼ਨ ਨੂੰ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਇਸ ਫਰਸਟ੍ਰੇਸ਼ਨ ਨੂੰ ਸਮਝਦੇ ਹਾਂ, ਕਿਉਂਕਿ ਉਹ ਮਹੀਨਿਆਂ ਬੱਧੀ ਉੱਥੋਂ ਬੇਘਰ ਹੋਏ ਆ, ਉਹਨਾਂ ਕੋਲ ਕੁਝ ਵੀ ਨਹੀਂ ਸੀ। ਪਰ ਹੁਣ ਜਿਹੜੀਆਂ ਇਹ RCMP ਦੀਆਂ ਕਮਿਟਮੈਂਟਸ ਆ ਕਿ ਇਹ ਸਾਰੇ ਜਿਹੜੇ ਇਹ ਸਾਰੇ ਕੁਛ ਨੂੰ ਠੀਕ ਠਾਕ ਕਰਨੀਆਂ, ਮੈਡੀਕਲ ਸਰਵਿਸਿਜ਼, ਦੂਜਾ ਸਾਰਾ ਕੁਛ ਉੱਥੇ ਕਰਨਾ, ਕੈਨੇਡਾ ਪੋਸਟ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉੱਥੇ ਠੀਕ ਠਾਕ ਕਰਨ ਦੇ ਲਈ ਹੁਣ ਯਤਨ ਕੀਤੇ ਜਾ ਰਹੇ ਆ। ਸਰਕਾਰ ਫੰਡਿੰਗ ਵੀ ਕਰ ਰਹੀ ਹੈ ਤੇ ਅਸਲ ਦੇ ਵਿੱਚ ਉਸ ਪਿੰਡ ਨੂੰ ਦੁਬਾਰਾ ਬਣਾਉਣ ਦਾ ਕੰਮਕਾਰ ਲਗਭਗ ਸ਼ੁਰੂ ਹੋ ਚੁੱਕਾ। 2 ਹਫ਼ਤੇ ਪਹਿਲਾਂ ਸਰਕਾਰ ਨੇ $8.3 ਮਿਲੀਅਨ ਅਨਾਊਂਸ ਕੀਤੇ ਸੀ ਰਿਕਵਰੀ ਐਫਰਟ ਨੂੰ ਸਪੋਰਟ ਕਰਨ ਦੇ ਲਈ। ਤੇ ਜਿਹੜਾ ਇਸ ਮਾਮਲੇ ਦੇ ਵਿੱਚ ਲੈਜਿਸਲੇਸ਼ਨ ਵੀ ਇੰਟਰੋਡਿਊਸ ਕੀਤਾ ਗਿਆ ਸੀ ਕਿ ਜਿਹੜੇ ਲਿਟਨ ਦੇ ਰਹਿਣ ਵਾਲੇ ਨੇ ਉਹ ਆਪਣਾ ਜਿਹੜਾ ਬਾਈਲਾ ਕ੍ਰੀਏਟ ਕਰਨ ਸਰਕਾਰ ਤੇ ਹੋਰ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰਨ ਦੇ ਲਈ। ਇਸ ਵਾਈਲਡ ਫਾਇਰ ਕਲੀਨਅਪ ਉੱਥੇ ਕਰਨੀ ਆ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਇਨਫਰਾਸਟਰਕਚਰ ਦੇ ਚੈਲੰਜਸ ਨੇ, ਪਰ ਅਲਟੀਮੇਟਲੀ ਉੱਥੇ ਸਾਰਾ ਕੁਝ ਜਲਦੀ ਸ਼ੁਰੂ ਹੋ ਰਿਹਾ। ਤੇ ਲੱਗਦਾ ਹੈ ਕਿ ਉਹ ਪਿੰਡ ਜਿਹੜਾ ਪਿਛਲੇ ਜੂਨ ਦੇ ਵਿੱਚ ਅੱਗ ਦੇ ਵਿੱਚ ਸੜ ਕੇ ਸਾਰੇ ਦਾ ਸਾਰਾ ਤਬਾਹ ਹੋ ਗਿਆ ਸੀ, ਉੱਥੋਂ ਦੇ ਲੋਕਾਂ ਨੂੰ ਕੁਛ ਰਾਹਤ ਜ਼ਰੂਰ ਮਿਲੇਗੀ। ਕੈਨੇਡਾ ਵਿੱਚ ਇੱਥੇ ਕੁਛ ਲੋਕ ਪਹਿਲਾਂ ਰਹਿੰਦੇ ਸੀ ਬਾਹਰਲੇ ਲੋਕਾਂ ਦੇ ਆਉਣ ਤੋਂ ਪਹਿਲਾਂ, ਜਿਹਨਾਂ ਨੂੰ ਅਸੀਂ ਮੂਲ ਨਿਵਾਸੀ ਕਹਿੰਦੇ। ਇਹ ਧਰਤੀ ਉਹਨਾਂ ਦੀ ਧਰਤੀ ਸੀ। ਉਹਦੇ ਤੋਂ ਬਾਅਦ ਯੂਰਪ ਤੋਂ ਉੱਧਰਲੇ ਪਾਸਿਓਂ ਲੋਕ ਇੱਥੇ ਆ ਕੇ ਵਸ ਗਏ, ਪਰ ਹੌਲੀ ਹੌਲੀ ਸਾਰਾ ਕੁਛ ਇੱਥੇ ਬਣ ਗਿਆ। ਪਰ ਕੁਛ ਜਿਹੜੀ ਲੈਂਡ ਆ ਉਹਦੇ ਨਾਲ ਉਹਨਾਂ ਦੀ ਟ੍ਰੀਟੀ ਹੋਈ, ਸਮਝੌਤਾ ਹੋਇਆ, ਉਹ ਉਹਨਾਂ ਦੇ ਕੋਲ ਆ। ਤੇ ਜਿਹੜੇ ਇੱਥੇ ਦੇ ਮੂਲ ਨਿਵਾਸੀ ਇੰਡੀਜੀਨਸ ਲੋਕ ਆ, ਉਹ ਆਪਣੀ ਉਸ ਥਾਂ ਦੇ ਉੱਤੇ ਕੋਈ ਵੀ ਕੁਛ ਵੀ ਨਹੀਂ ਹੋਣਾ ਚਾਹੁੰਦੇ, ਜਾਂ ਉੱਥੇ ਸਰਕਾਰ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਚਾਹੁੰਦੇ। ਸਰਕਾਰ ਦੇ ਬਹੁਤ ਸਾਰੇ ਪ੍ਰੋਜੈਕਟ ਹੁੰਦੇ ਆ ਕਿ ਇੱਕ ਕਈ ਸੈਂਕੜੇ ਕਿਲੋਮੀਟਰ ਲੰਬੀ ਪਾਈਪਲਾਈਨ ਆਉਣੀ ਆ, ਜਿਹੜੀ ਉਹਨਾਂ ਦੇ ਉਸ ਰਿਜ਼ਰਵ ਦੇ ਥੱਲਿਓਂ ਦੀ ਵੀ ਲੰਘ ਕੇ ਜਾਣੀ ਆ, ਉਹਨੂੰ ਵੀ ਪੱਟਣਾ ਪੈਣਾ। ਪਰ ਇਹ ਮੂਲ ਨਿਵਾਸੀ ਉਸ ਦਾ ਵਿਰੋਧ ਕਰਦੇ ਆ। ਪਿਛਲੇ ਸਮੇਂ ਇਹ ਕਨਫਲਿਕਟ ਬਹੁਤ ਸਾਰੇ ਹੋਏ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਜਿਹੜਾ ਕਈ ਥਾਵਾਂ ਦੇ ਉੱਤੇ ਪਹਿਲਾਂ ਵੀ ਕਨਫਲਿਕਟ ਹੁੰਦੇ ਰਹੇ ਆ ਇੰਡੀਜੀਨੀਅਸ ਦੇ ਰਾਈਟਸ ਨੂੰ ਲੈ ਕੇ, ਤੇ ਸਰਕਾਰਾਂ ਦੇ ਵਿਚਕਾਰ ਜੋ ਕੁਛ ਜਿਹੜੀ ਟ੍ਰੀਟੀ ਹੋਈ ਸੀ ਉਸ ਮਾਮਲੇ ਦੇ ਵਿੱਚ। ਹੁਣ ਜਿਹੜੀ ਇਹ ਕੋਸਟਲ ਪਾਈਪਲਾਈਨ ਆ, ਨੈਚੁਰਲ ਗੈਸ ਦੀ ਪਾਈਪਲਾਈਨ ਆ, ਲੰਘੀ ਆ, ਪੱਟੀ ਜਾ ਰਹੀ ਆ, ਇਹਦੇ ਉੱਤੇ ਫਿਰ ਇੱਕ ਵਾਰੀ ਕਨਫਲਿਕਟ ਹੋਇਆ। ਇੰਡੀਜੀਨਸ ਲੋਕਾਂ ਨੇ ਉਸ ਪਾਈਪਲਾਈਨ ਨੂੰ ਬਣਾਉਣ ਵਾਲੀ ਜਿੰਨੀ ਉੱਥੇ ਮਸ਼ੀਨਰੀ ਸੀ ਉਹ ਸਾਰੀ ਤੋੜ ਦਿੱਤੀ, ਉਹਦਾ ਨੁਕਸਾਨ ਕਰ ਦਿੱਤਾ, ਤੇ ਸਿੱਧਾ ਸਰਕਾਰ ਨੂੰ ਕਹਿ ਦਿੱਤਾ ਕਿ ਸਮਾਨ ਚੱਕ ਕੇ ਇੱਥੋਂ ਵਾਪਸ ਚਲੇ ਜਾਓ, ਅਸੀਂ ਇੱਥੇ ਇਹ ਪਾਈਪਲਾਈਨ ਆਪਣੀ ਥਾਂ ਤੋਂ ਲੰਘਣ ਨਹੀਂ ਦੇਣੀ। ਮਲਟੀ-ਬਿਲੀਅਨ ਡਾਲਰ ਦੀ ਨੈਚੁਰਲ ਗੈਸ ਪ੍ਰੋਜੈਕਟ ਆ, ਜਿਹੜਾ ਇੱਕ ਹੁਣ ਤੱਕ ਦੀ ਕੈਨੇਡੀਅਨ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਇਨਵੈਸਟਮੈਂਟ ਮੰਨੀ ਜਾਂਦੀ ਆ। ਔਰ ਵੈਟਸਵਨ ਜਿਹੜੇ ਇਹ ਮੂਲ ਨਿਵਾਸੀ ਨੇ, ਉਹਨਾਂ ਦੇ ਨਾਲ ਇਸ ਪਾਈਪਲਾਈਨ ਦਾ ਰੌਲਾ ਆ। ਉਹ ਇਹ ਪਾਈਪਲਾਈਨ ਇੱਥੋਂ ਬਣ ਨਹੀਂ ਦੇਣਾ ਚਾਹੁੰਦੇ। $6 ਬਿਲੀਅਨ ਨਾਲ ਪਾਈਪਲਾਈਨ ਬਣਨੀ ਆ। 607 ਕਿਲੋਮੀਟਰ ਕੋਸਟਲ ਗੈਸ ਲਿੰਕ ਪਾਈਪਲਾਈਨ ਅਪਰੂਵਲ ਮਿਲ ਚੁੱਕੀ ਆ ਪ੍ਰੋਵਿੰਸ ਦੀ। 20 ਫਸਟ ਨੇਸ਼ਨ ਬੈਂਡਸ ਕੌਂਸਲਸ ਦੀ ਅਪਰੂਵਲ ਮਿਲ ਚੁੱਕੀ ਆ, ਐਗਰੀਮੈਂਟ ਸਾਈਨ ਹੋ ਚੁੱਕੇ ਆ, ਪ੍ਰੋਜੈਕਟ ਚੱਲ ਰਿਹਾ ਆ। ਪਰ ਕੁਛ ਕੁ ਦੇ ਨਾਲ ਇਹਨਾਂ ਦਾ ਹਜੇ ਵੀ ਰੌਲਾ ਗੋਲਾ ਚੱਲਦਾ ਆ। ਜਿਹੜਾ ਵੈਟਸਵਨ ਹੈਗੇ ਆ, ਉਹਨਾਂ ਦੇ ਚੀਫ ਇਹ ਕਹਿੰਦੇ ਆ
ਕਿ ਅਸੀਂ ਇਕੱਲੇ ਰਿਸਪੌਂਸੀਬਲ ਹਾਂ ਇਸ ਟੈਰੀਟਰੀ ਦੇ ਲਈ। ਸਾਡੇ ਕੋਲੋਂ ਮਰਜ਼ੀ ਤੋਂ ਪੁੱਛੇ ਬਿਨਾਂ ਇੱਥੋਂ ਪਾਈਪਲਾਈਨ ਨਹੀਂ ਲੰਘ ਸਕਦੀ। ਅਸੀਂ ਇਹਦੇ ਮਾਮਲੇ ਦੇ ਵਿੱਚ ਜ਼ਿੰਮੇਵਾਰ ਹਾਂ ਅਤੇ ਅਸੀਂ ਨਹੀਂ ਚਾਹੁੰਦੇ ਵੀ ਇੱਥੋਂ ਪਾਈਪਲਾਈਨ ਲੰਘੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਸਾਰੀ ਜਿਹੜੀ ਲੈਂਡ ਆ ਉਹ ਪਹਿਲਾਂ ਇਸ ਤਰੀਕੇ ਦੇ ਨਾਲ ਸਰੈਂਡਰ ਨਹੀਂ ਕੀਤੀ ਗਈ ਸੀ। ਜਿਹੜੀ ਬ੍ਰਿਟਿਸ਼ ਕੋਲੰਬੀਆ ਆ ਇਹ ਪਹਿਲੀ ਜੂਰਿਸਡਿਕਸ਼ਨ ਕੈਨੇਡਾ ਦੇ ਵਿੱਚ ਆ ਜਿਹਨੇ ਲੈਜਿਸਲੇਸ਼ਨ ਪਾਸ ਕੀਤਾ ਸੀ UN ਡੈਕਲੇਰੇਸ਼ਨ ਦੇ ਵਿੱਚ ਇੰਡੀਜੀਨਸ ਪੀਪਲ ਦੇ ਰਾਈਟਸ ਦੇ ਉੱਤੇ। ਇੱਕ ਇੰਟਰਨੈਸ਼ਨਲ ਡਾਕੂਮੈਂਟਸ ਆ ਜਿਹੜਾ ਮਿਨੀਮਮ ਸਟੈਂਡਰਡ ਸੈੱਟ ਕਰਦਾ ਆ ਕਿ ਜਿਹੜੀ ਇੱਕ ਦੇਸ਼ ਆ ਉਹ ਇਹਨਾਂ ਮੂਲ ਨਿਵਾਸੀਆਂ ਦੇ ਨਾਲ ਕਿਸ ਤਰੀਕੇ ਨਾਲ ਡੀਲ ਕਰ ਸਕਦਾ ਆ। ਹੁਣ ਉਸ ਪਾਈਪਲਾਈਨ ਦੇ ਉੱਤੇ ਕੰਮ ਕਰ ਰਿਹਾ, ਲੋਕਾਂ ਦੇ ਉੱਤੇ ਹਮਲਾ ਹੋਇਆ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਇਹਨੂੰ ਨਿੰਦਾ ਕੀਤੀ ਹੈ ਇਸ ਚੀਜ਼ ਦੀ ਕਿ ਇਹ ਬਹੁਤ ਗਲਤ ਆ। ਇਸ ਤਰ੍ਹਾਂ ਦੀ ਵਾਇਲੈਂਸ ਜਿਹੜੀ ਆ ਇਹ ਟੋਲਰੇਟ ਨਹੀਂ ਕੀਤੀ ਜਾ ਸਕਦੀ। ਔਰ ਉਹਨਾਂ ਨੇ ਕਿਤੇ ਨਾ ਕਿਤੇ ਕੁਝ ਪੱਤਰਕਾਰਾਂ ਨੂੰ ਵੀ ਇਸ ਲਪੇਟ ਦੇ ਵਿੱਚ ਲਿਆ ਆ। RCMP ਦੇ ਦੱਸਣ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਿਊਸਟਨ ਦੇ ਪੱਛਮ ਵਾਲੇ ਪਾਸੇ ਵੀਰਵਾਰ ਨੂੰ ਕੁਝ ਰਿਪੋਰਟਸ ਆਈਆਂ ਸੀ ਜਿੱਥੇ ਲੋਕ ਜਿਨ੍ਹਾਂ ਦੇ ਕੋਲ ਉਹ ਜਿਹੜੇ ਕੁਹਾੜੇ ਜਿਹੇ ਬਹੁਤ ਸਾਰੇ ਫੜੇ ਸੀ, ਉਹਨਾਂ ਨੇ ਜਿੰਨੇ ਉੱਥੇ ਸਿਕਿਉਰਿਟੀ ਗਾਰਡ ਖੜ੍ਹੇ ਸੀ ਉਹਨਾਂ ਨੂੰ ਪਾਸੇ ਕਰਕੇ ਅਤੇ ਜਿਹੜੇ ਜਿੰਨੇ ਵਹੀਕਲ ਉੱਥੇ ਪਏ ਸੀ ਉਹਨਾਂ ਨੂੰ ਤੋੜ ਦਿੱਤਾ। ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ 20 ਲੋਕ ਸੀਗੇ ਇਸ ਕੋਸਟਲ ਗੈਸ ਲਿੰਕ ਜਿਹੜੇ ਉੱਥੇ ਮੁਲਾਜ਼ਮ ਸੀਗੇ ਉਹਨਾਂ ਦੇ ਨਾਲ ਕੰਮ ਕਰ ਰਹੇ ਸੀ। RCMP ਦੱਸ ਰਹੀ ਹੈ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿ ਉਹਨਾਂ ਨੂੰ ਫੋਨ ਆਇਆ ਕਿ ਇੱਥੇ ਪਹੁੰਚੋ, ਇੱਥੇ ਲੋਕ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਆ। ਉਹ ਜਦੋਂ ਵਰਕ ਸਾਈਟ ਦੇ ਉੱਤੇ ਪੁਲਿਸ ਜਾ ਰਹੀ ਆ ਤਾਂ ਉਹਨਾਂ ਮੂਲ ਨਿਵਾਸੀਆਂ ਨੇ ਇਹਨਾਂ ਨੂੰ ਵੀ ਉੱਥੇ ਜਾਣ ਤੋਂ ਰੋਕਿਆ। ਇਹਨਾਂ ਦੇ ਰਸਤੇ ਦੇ ਵਿੱਚ ਦਰਖਤ ਵੱਢ ਕੇ ਸਿੱਟ ਦਿੱਤੇ। ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਸਟੰਪ ਸਟਾਰ ਕਵਰਡ ਸੀਗੀਆਂ ਉੱਥੇ ਕਈ ਕੁਛ ਉਹਨਾਂ ਨੇ ਕੀਤਾ ਵੀ ਇਹਨਾਂ ਦੇ ਟਾਇਰ ਪੈਂਚਰ ਹੋਣ, ਜਿਹੜੀਆਂ ਇੱਧਰਲੇ ਉੱਧਰਲੇ ਪਾਸੇ ਇਹ ਨਾ ਜਾ ਸਕਣ। ਪੁਲਿਸ ਕਿਸੇ ਤਰ੍ਹਾਂ ਉੱਥੇ ਪਹੁੰਚਦੀ ਆ ਅਤੇ ਉੱਥੇ ਬਹੁਤ ਸਾਰੇ ਲੋਕ ਸੀਗੇ। ਇਹਨਾਂ ਮੂਲ ਨਿਵਾਸੀ ਜਿਹੜੇ ਵਿਰੋਧ ਕਰ ਰਹੇ ਲੋਕ ਆ ਇਸ ਪਾਈਪਲਾਈਨ ਦਾ, RCMP ਕਹਿ ਰਹੀ ਆ ਕਿ ਸਾਡੇ ਉੱਤੇ ਇਹਨਾਂ ਨੇ ਸਮੋਕ ਬੰਬ ਵੀ ਸਿੱਟੇ ਆ। ਦੇ ਤੋਂ ਬਾਅਦ ਕੁਛ ਲੋਕਾਂ ਦਾ ਕੁਛ ਜਿਹੜੀਆਂ ਇੰਜਰੀਜ਼ ਵੀ ਇਹਨਾਂ ਨੂੰ ਆਈਆਂ ਆ ਅਤੇ ਉਹ ਜਿਹੜੀ ਸਾਈਟ ਆ ਉਹਦੇ ਉੱਤੇ ਵੀ ਬਹੁਤ ਵੱਡਾ ਡੈਮੇਜ ਕਰ ਦਿੱਤਾ ਇਹਨਾਂ ਨੇ। ਜਿਹੜੀਆਂ ਉਹਨਾਂ ਦਾ ਸਮਾਨ ਪਿਆ ਸੀ ਜਾਂ ਉੱਥੇ ਰਹਿਣ ਦੇ ਲਈ ਪੋਰਟੇਬਲ ਬਿਲਡਿੰਗਸ ਹੁੰਦੀਆਂ ਉਹ ਸਾਰੀਆਂ ਇਹਨਾਂ ਨੇ ਜਿਹੜੀਆਂ ਤੋੜ ਦਿੱਤੀਆਂ। ਕੋਸਟਲ ਗੈਸ ਲਿੰਕ ਇਸ ਮਾਮਲੇ ਦੇ ਵਿੱਚ ਦੇਖ ਰਿਹਾ ਹੈ ਕਿ ਹੁਣ ਕੀ ਕੀਤਾ ਜਾਣਾ ਆ। RCMP ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕਰ ਰਹੀ ਹੈ, ਪਰ ਮਾਮਲਾ ਕਿਉਂਕਿ ਬਹੁਤ ਵੱਡਾ ਆ ਇਹਨੂੰ ਇਸ ਤਰੀਕੇ ਦੇ ਨਾਲ ਜਿਹੜੇ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮਿਨਿਸਟਰ ਨੇ ਮਾਈਕ ਫਾਰਮਰ, ਉਹਨਾਂ ਨੇ ਵੀ ਇਹਨੂੰ ਕੰਡੈਮ ਕੀਤਾ ਆ। ਹੁਣ ਬਹੁਤ ਸਾਰੇ ਤੁਹਾਨੂੰ ਯਾਦ ਹੋਊਗਾ ਪਿਛਲੀਆਂ ਗਰਮੀਆਂ ਦੇ ਵਿੱਚ ਜਿਹੜੀਆਂ ਇਹ ਬਹੁਤ ਵੱਡਾ ਇਸ਼ੂ ਬਣਿਆ ਸੀਗਾ। ਬਹੁਤ ਸਾਰੇ ਪ੍ਰੋਟੈਸਟ ਅਤੇ ਅਰੈਸਟ ਦਾ ਸੈਂਟਰ ਸੀਗੀ ਇਹ ਕੋਸਟਲ ਗੈਸ ਜਿਹੜੀ ਕੋਸਟਲ ਗੈਸ ਲਿੰਕ ਆ। ਅਤੇ ਇਹਦੇ ਉੱਤੇ ਇੰਜੰਕਸ਼ਨ ਆਰਡਰ ਵੀ ਮਿਲ ਗਿਆ ਸੀ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਕਿਤੇ ਵੀ ਇਹਨੂੰ ਇਸ ਰਸਤੇ ਨੂੰ ਰੋਕ ਨਹੀਂ ਸਕਦੇ। ਫਰਵਰੀ 2020 ਦੇ ਵਿੱਚ ਫਸਟ ਨੇਸ਼ਨ ਅਤੇ ਸਪੋਰਟਰ ਇਹਨਾਂ ਨੇ ਦੇਸ਼ ਦੇ ਵਿੱਚ ਬਹੁਤ ਸਾਰੀ, ਤੁਹਾਨੂੰ ਯਾਦ ਹੋਊਗਾ 2 ਸਾਲ ਪਹਿਲਾਂ ਰੇਲਵੇ ਟਰੈਕ, ਹਾਈਵੇ ਸਾਰਾ ਕੁਝ ਰੋਕ ਦਿੱਤਾ ਸੀ। 607 ਕਿਲੋਮੀਟਰ ਨੈਚੁਰਲ ਗੈਸ ਪਾਈਪਲਾਈਨ ਜਿਹੜੀ 2019 ਦੇ ਵਿੱਚ ਸ਼ੁਰੂ ਹੋਈ ਸੀ ਅਤੇ ਇਹਨੇ ਅਗਲੇ ਸਾਲ ਖਤਮ ਹੋਣਾ ਆ। ਪਰ ਜੇ ਹਿਸਾਬ ਦੇ ਨਾਲ ਇਹ ਮੂਲ ਨਿਵਾਸੀ ਇੱਥੇ ਵਿਰੋਧ ਕਰ ਰਹੇ ਆ, ਲੱਗਦਾ ਕਿ ਇਹ ਗੱਲਬਾਤ ਹੋਰ ਲੰਬਾ ਸਮਾਂ ਅਟਕੀ ਰਹਿ ਸਕਦੀ ਹੈ। ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21 ਫਰਵਰੀ ਨੂੰ ਮਨਾਇਆ ਜਾਂਦਾ। ਅਸੀਂ ਪੰਜਾਬ ਦੇ ਵਿੱਚ ਜਨਮ ਲੈ ਕੇ ਕੈਨੇਡਾ ਦੇ ਵਿੱਚ ਆਏ ਹਾਂ। ਅੰਗਰੇਜ਼ੀ ਨਾਲ ਸਾਡਾ ਇੱਥੇ ਵਾਹ ਪਿਆ। ਪੰਜਾਬੀ ਬਹੁਤ ਹੱਦ ਤੱਕ ਇੱਥੇ ਆ ਕੇ ਉਹਨੇ ਤਰੱਕੀ ਕੀਤੀ ਆ। ਸਾਰਾ ਕੰਮ ਪੰਜਾਬੀ ਦੇ ਵਿੱਚ, ਜੇ ਕੋਈ ਸਾਰੀ ਉਮਰ ਵੀ ਇੱਥੇ ਰਹਿ ਕੇ ਅੰਗਰੇਜ਼ੀ ਨਾ ਬੋਲੇ ਤਾਂ ਉਹਦਾ ਸਰ ਸਕਦਾ, ਉਹ ਨੌਕਰੀ ਵੀ ਕਰ ਸਕਦਾ। ਇਸ ਤਰ੍ਹਾਂ ਦੇ ਹਾਲਾਤ ਨੇ। ਸਕੂਲਾਂ ਦੇ ਵਿੱਚ ਵੀ ਪੰਜਾਬੀ ਆ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਉੱਚ ਪੱਧਰ ਤੱਕ ਪੜ੍ਹਾਈ ਜਾਂਦੀ ਆ। ਇਹਦੇ ਲਈ ਪੰਜਾਬੀ ਲਈ ਇਹ ਜ਼ਰੂਰੀ ਕਿਉਂ ਆ ਇੱਥੇ ਪੰਜਾਬੀ? ਜਿਹੜੇ ਅਗਲੀ ਪੀੜ੍ਹੀ ਦੇ ਬੱਚੇ ਆ ਸਕੂਲਾਂ ਦੇ ਵਿੱਚ, ਕੀ ਉਹਨਾਂ ਦੀ ਮਾਂ ਬੋਲੀ ਪੰਜਾਬੀ ਆ? ਉਹਨਾਂ ਨੂੰ ਪੰਜਾਬੀ ਘਰਾਂ ਦੇ ਵਿੱਚ ਆਪਣੇ ਆਪ ਬੋਲਚਾਲ 'ਚ ਆਈ ਜਾਂਦੀ ਆ। ਉਹਨਾਂ ਨੂੰ ਦੂਜੀ ਭਾਸ਼ਾ ਫਰੈਂਚ ਸਿਖਾਉਣੀ ਚਾਹੀਦੀ ਹੈ ਅੰਗਰੇਜ਼ੀ ਦੇ ਨਾਲ। ਪੰਜਾਬੀ ਦੇ ਫਾਇਦੇ ਕੀ ਆ, ਕਿਉਂ ਜ਼ਰੂਰੀ ਆ ਸਾਡੇ ਲਈ? ਅਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ 21 ਤਰੀਕ ਨੂੰ ਆ, ਉਹਦੀ ਸੈਲੀਬ੍ਰੇਸ਼ਨ ਪਲੀ ਕਿਸ ਤਰੀਕੇ ਨਾਲ ਕਰ ਰਹੀ ਹੈ, ਇਹਦੇ ਸੰਬੰਧੀ ਗੱਲਬਾਤ ਕਰਨ ਲਈ ਅਸੀਂ ਬਲਵੰਤ ਸੰਘੇੜਾ ਜੀ ਕੋਲ ਆਏ ਹਾਂ। ਸੰਘੇੜਾ ਸਾਹਿਬ, ਪਹਿਲਾਂ ਤਾਂ ਦੱਸਿਓ ਕਿ ਜਿਹੜੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਆ ਇਹ ਕਦੋਂ ਮਨਾਇਆ ਜਾ ਰਿਹਾ ਪਲੀ ਵੱਲੋਂ ਜੀ? ਹਾਂਜੀ, ਇਹ 27 ਫਰਵਰੀ ਨੂੰ ਐਤਵਾਰ ਹੈ, 1:30 ਵਜੇ ਤੋਂ 4 ਵਜੇ ਤੱਕ। ਅਤੇ ਐਤਕੀ ਕਰੋਨਾ ਵਾਇਰਸ ਕਰਕੇ ਅਸੀਂ ਜ਼ੂਮ 'ਤੇ ਮਨਾ ਰਹੇ ਹਾਂ।
ਸੋ ਇਹ ਜਿਹੜਾ ਦਿਨ ਆ ਜਿਸ ਕਾਰਨ 1999 ਵਿੱਚ ਸ਼ੁਰੂ ਹੋਇਆ, ਕਿਉਂਕਿ ਬੰਗਾਲੀ ਕਮਿਊਨਿਟੀ ਹੈ ਜਿਹੜੀ ਉਹ ਆਪਣੀ ਮਾਂ ਬੋਲੀ ਲਈ ਬਹੁਤ ਜਿੱਦਾਂ ਵਚਨਬੱਧ ਆ। ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ, ਕਿਉਂਕਿ ਪਾਕਿਸਤਾਨ ਜਦ ਬਣਿਆ ਨਾ, ਇੱਥੇ ਦੋ ਪਾਕਿਸਤਾਨ ਦੀ, ਈਸਟ ਪਾਕਿਸਤਾਨ 'ਚ ਜਿਹੜਾ ਬੰਗਲਾਦੇਸ਼ ਜਿਹਨੂੰ ਕਹਿੰਦੇ ਆਪਾਂ, ਉੱਥੇ ਵੀ ਉਰਦੂ ਉਹਨੀ ਅਫੀਸ਼ੀਅਲ ਲੈਂਗੁਏਜ ਲਾਈ ਸੀ। ਲੇਕਿਨ ਬੰਗਾਲੀ ਕਹਿੰਦੇ ਵੀ ਸਾਡਾ ਇੱਥੇ ਜਿਹੜਾ ਈਸਟ ਪਾਕਿਸਤਾਨ ਜਿਹੜਾ ਬੰਗਲਾਦੇਸ਼ ਆ, ਇੱਥੇ ਬੰਗਲਾ ਚਾਹੀਦੀ ਆ ਮੇਨ ਲੈਂਗੁਏਜ। ਸੋ ਉਹਨੇ ਕੁਰਬਾਨੀਆਂ ਵੀ ਕੀਤੀਆਂ ਔਰ ਰੈਕਗਨਾਈਜ਼ ਵੀ ਹੋ ਗਿਆ। ਸੋ ਇਸ ਵੇਲੇ ਬੰਗਾਲ 'ਚ ਬੰਗਲਾਦੇਸ਼ 'ਚ ਬੰਗਾਲੀ ਆ। ਔਰ ਉਹਨੇ UN ਨੂੰ ਅਪਰੋਚ ਕੀਤਾ। ਯੂਨਾਈਟਿਡ ਨੇਸ਼ਨਸ ਨੇ 1999 ਵਿੱਚ ਇਸ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਨ ਬਣਾਤਾ 21 ਫਰਵਰੀ ਆਫੀਸ਼ੀਅਲੀ। ਸਾਰੀ ਦੁਨੀਆ 'ਚ 21 ਫਰਵਰੀ ਨੂੰ ਹਰ ਇੱਕ ਕਮਿਊਨਿਟੀ ਆਪਣੀ ਮਾਂ ਬੋਲੀ ਦਾ ਦਿਨ ਮਨਾਉਂਦੀ ਆ। ਸੋ ਅਸੀਂ ਵੀ ਸਾਡਾ ਇਹ 19ਵਾਂ ਆ ਮਾਂ ਬੋਲੀ ਦਿਨ, ਅਤੇ ਅਸੀਂ ਹਰ ਸਾਲ ਮਨਾਉਂਦੇ ਹਾਂ ਜਿਵੇਂ ਤੁਸੀਂ ਜਾਣਦੇ ਹੋ। ਔਰ ਅਸੀਂ ਇੱਕ ਤਾਂ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਦੂਸਰਾ ਬੱਚਿਆਂ ਨੂੰ ਇਨਵੋਲਵ ਕਰਦੇ ਹਾਂ ਅਸੀਂ ਨਾਲ, ਪੇਰੈਂਟਸ ਤਾਂ ਬੱਚੇ ਵੀ ਸਾਡੇ ਨਾਲ ਇਨਵੋਲਵ ਹੋਣ ਔਰ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹਾਂ। ਸੋ ਜਿਹੜਾ ਇਹ ਆਪਣਾ ਹੁਣ 27 ਫਰਵਰੀ ਨੂੰ ਅਸੀਂ ਮਨਾ ਰਹੇ ਹਾਂ ਦਿਨ, ਇਹਦੇ ਵਿੱਚ ਵੀ ਅਸੀਂ ਐਤਕੀ ਜਿਸ ਤਰ੍ਹਾਂ ਥੋੜ੍ਹਾ ਜਿਹਾ ਚੇਂਜ ਕੀਤਾ। ਅਸੀਂ ਕੈਨੇਡਾ ਵਿੱਚ ਵੀ ਦੇਖਣਾ ਚਾਹੁੰਦੇ ਵੀ ਹੋਰ ਨਾ ਕੈਨੇਡਾ ਦੇ ਭਾਗਾਂ ਵਿੱਚ ਵੀ ਪੰਜਾਬੀ ਕਿਵੇਂ ਚੱਲ ਰਹੀ ਆ। ਇਸ ਲਈ ਅਸੀਂ ਇੱਕ ਸੱਜਣ ਜਿਹੜੇ ਪੰਜਾਬੀ 'ਚ ਕਾਫੀ ਇਨਵੋਲਵਡ ਆ ਔਰ ਪੰਜਾਬੀ ਦੇ ਸ਼ੁਭ ਚਿੰਤਕ ਆ, ਡਾਕਟਰ ਗੁਰਨਾਮ ਸਿੰਘ ਢਿੱਲੋਂ, ਉਹਨਾਂ ਨੂੰ ਇਨਵਾਈਟ ਕੀਤਾ। ਇਸੇ ਤਰ੍ਹਾਂ ਅਸੀਂ ਕਲਗਰੀ ਅਤੇ ਐਡਮਿੰਟ ਤੋਂ ਵੀ ਜਿਹੜੇ ਪੰਜਾਬੀ ਦੇ ਆਪਣੇ ਵਿਦਵਾਨ ਆ ਉਹਨਾਂ ਨੂੰ ਇਨਵਾਈਟ ਕੀਤਾ। ਉਹਦੇ ਨਾਲ ਹੀ ਸਾਡੇ ਵੈਨਕੂਵਰ ਤੋਂ ਗੁਰਿੰਦਰ ਮਾਨ ਹੈ ਆਪਣਾ ਨੌਜਵਾਨ, ਜਿਹੜਾ UBC ਪੰਜਾਬੀ ਪੜ੍ਹਾਉਂਦਾ। ਸੋ ਇਹਨਾਂ ਦਾ ਪੰਜ ਬੰਦੇ ਜਿਹਨਾਂ ਦਾ ਪੈਨਲ ਹੋਊਗਾ ਔਰ ਇਹ ਡਿਸਕਸ ਕਰਨਗੇ ਵੀ ਪੰਜਾਬੀ ਦੀ ਕੀ ਹਾਲਤ ਹੈ, ਕਿਵੇਂ ਪੰਜਾਬੀ ਚੱਲ ਰਹੀ ਆਲ ਓਵਰ ਕੈਨੇਡਾ। ਇਸ ਦੇ ਨਾਲ ਹੀ ਅਸੀਂ ਫੋਕਸ ਲੋਕਲ 'ਤੇ ਵੀ ਕਰ ਰਹੇ ਹਾਂ। ਸਾਡੀ ਇੱਕ ਲੜਕੀ ਆ, ਟੀਚਰ ਵੀ ਆ ਆਪਣੀ LA ਮੈਥੀਸਨ 'ਚ, ਪ੍ਰਭਜੋਤ ਕੌਰ ਆ, ਅਤੇ ਉਹ ਪਹਿਲਾਂ ਆਪਣੇ ਅਪਡੇਟ ਦਊਗੀ ਵੀ ਕਿਵੇਂ ਉਹ LA ਮੈਥੀਸਨ ਬਹੁਤ ਕੁਛ ਕਰ ਰਿਹਾ ਪੰਜਾਬੀ 'ਚ। ਹਰ ਸਾਲ ਉਹ ਆਪਣਾ ਬੱਚਿਆਂ ਨੂੰ ਇਨਾਮ ਵਗੈਰਾ ਵੀ ਦਿੰਦੇ ਆ, ਆਪਣੇ ਟਾਹਾਂ ਪ੍ਰਾਈਜ਼ ਆ ਉਹਨੂੰ ਵੀ ਪ੍ਰਮੋਟ ਕਰਦੇ ਆ। ਸੋ ਪ੍ਰਭਜੋਤ ਸ਼ੁਰੂ ਕਰੂਗੀ। ਉਸ ਦੇ ਨਾਲ ਉਸ ਤੋਂ ਬਾਅਦ ਮੈਂ ਅਤੇ ਸਾਧੂ ਅਸੀਂ ਪੰਜਾਬੀ ਦੀ ਜਿਹੜੀ ਅਪਡੇਟ ਆ ਇੱਥੇ BC ਵਿੱਚ ਉਹ ਦੇਵਾਂਗੇ, ਅਤੇ ਉਦੋਂ ਬਾਅਦ ਫਿਰ ਪੈਨਲ ਹੋਊਗਾ। ਅਤੇ ਜਿੱਦਾਂ ਬਾਕੀ ਬਾਅਦ 'ਚ ਬੱਚੇ ਹੋਣਗੇ, ਅਸੀਂ ਬੱਚਿਆਂ ਨੂੰ ਵੀ ਕਾਫੀ ਇਨਵੋਲਵ ਕੀਤਾ। ਬੱਚੇ ਆਪਣੀਆਂ ਕਵਿਤਾਵਾਂ, ਐਸੇ ਅਤੇ ਕਹਾਣੀਆਂ ਉਹ ਸੰਗਤਾਂ ਨਾਲ ਸਾਂਝੀ ਕਰਨਗੇ। ਲੇਕਿਨ ਇਸ ਸਾਲ ਕਿਉਂਕਿ ਕਰੋਨਾ ਵਾਇਰਸ ਆ, ਇਸ ਕਰਕੇ ਜਿੱਦਾਂ ਥੋੜ੍ਹਾ ਜਿਹਾ ਡਿਫਰੈਂਟ ਫਾਰਮੈਟ ਆ, ਇਹ ਹੈਗਾ ਆ ਆਪਣਾ ਜ਼ੂਮ 'ਤੇ। ਸੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਆਪਣੇ ਭੈਣਾਂ ਭਰਾਵਾਂ ਬੱਚਿਆਂ ਨੂੰ ਵੀ ਤੁਸੀਂ ਜ਼ੂਮ 'ਤੇ ਉਸ ਦਿਨ ਸਾਡੇ ਨਾਲ ਜੁਆਇਨ ਹੋਵੋ। ਔਰ ਉਹ ਜਿਹੜਾ ਲਿੰਕ ਆ ਸਾਨੂੰ ਫੋਨ ਕਰੋ, ਅਸੀਂ ਲਿੰਕ ਤੁਹਾਨੂੰ ਭੇਜ ਦੇਵਾਂਗੇ। ਜਿਹੜਾ ਲਿੰਕ ਤਿਆਰ ਹੋ ਗਿਆ, ਮੇਰਾ ਨੰਬਰ ਆ 604 836 9976, 604 836 8976, ਅਤੇ ਸਾਧੂ ਵਿਨੰਗ ਹੋਣਾ ਦਾ ਨੰਬਰ ਆ 778 773 1886, 778 773 1886। ਅਸੀਂ ਉਦੋਂ ਜਦ ਲਿੰਕ ਰੈਡੀ ਹੋ ਗਿਆ ਅਸੀਂ ਲਿੰਕ ਭੇਜਾਂਗੇ। ਅਸੀਂ ਚਾਹੁੰਦੇ ਹਾਂ ਕਿ ਵੀ ਜਿੰਨੀ ਵੀ ਜ਼ਿਆਦਾ ਸ਼ਮੂਲੀਅਤ ਹੋ ਸਕਦੀ ਆ ਆਪਣੇ ਪੰਜਾਬੀ ਭੈਣਾਂ ਭਰਾਵਾਂ ਦੀ ਉਹ ਹੋਵੇ। ਬਾਕੀ ਤੁਸੀਂ ਕੁਐਸਚਨ ਰੇਜ਼ ਕੀਤਾ ਪੰਜਾਬੀ ਦੇ ਫਾਇਦੇ ਕੀ ਆ। ਅਸੀਂ ਹਰ ਇੱਕ ਜ਼ਬਾਨ ਦੀ ਰਿਸਪੈਕਟ ਕਰਦੇ ਹਾਂ, ਲੇਕਿਨ ਅਸੀਂ ਪੰਜਾਬੀ ਲਈ ਵਚਨਬੱਧ ਹਾਂ। ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚਿਆਂ ਨੂੰ, ਕਿਉਂਕਿ ਹੁਣ ਦੇਖੋ ਗੁਰਦੁਆਰਿਆਂ ਵਿੱਚ, ਖਾਲਸਾ ਸਕੂਲਾਂ ਵਿੱਚ, ਸਿੱਖ ਅਕੈਡਮੀਆਂ 'ਚ ਕਾਫੀ ਪੰਜਾਬੀ ਪ੍ਰਮੋਟ ਕੀਤੀ ਜਾ ਰਹੀ ਆ। ਲੇਕਿਨ ਜਿਹੜਾ ਸਾਡਾ ਪਲੀਰ ਆ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਦਾ ਪਹਿਲਾਂ ਤੋਂ ਹੀ, ਅਸੀਂ ਚਾਹੁੰਦੇ ਹਾਂ ਜਿਹੜੇ ਪਬਲਿਕ ਸਕੂਲਸ ਆ, ਪਬਲਿਕ ਯੂਨੀਵਰਸਿਟੀਜ਼ ਆ, ਇੱਥੇ ਵੀ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਦਾ ਹੱਕ ਮਿਲੇ। ਔਰ ਉਹ ਮਿਲਿਆ ਵੀ ਆ। ਇਸ ਵੇਲੇ ਸਾਰੀ ਜਿਵੇਂ 8 ਸਕੂਲ ਆ ਹਾਈ ਸਕੂਲ ਜਿੱਥੇ ਪੰਜਾਬੀ ਚੱਲ ਰਹੀ ਹੈ, ਇਸੇ ਤਰ੍ਹਾਂ 5-6 ਐਲੀਮੈਂਟਰੀ ਸਕੂਲ ਆ, ਨਿਊ ਵੈਸਟਮਿੰਸਟਰ ਇੱਕ ਮਿਡਲ ਸਕੂਲ ਆ, ਕੁਈਨਸਬਰੋ ਮਿਡਲ ਸਕੂਲ, ਅਤੇ ਵੈਸਟਮਿੰਸਟਰ ਹਾਈ ਸਕੂਲ, ਉੱਥੇ ਪੰਜਾਬੀ ਬਹੁਤ ਕਈਆਂ ਸਾਲਾਂ ਤੋਂ ਚੱਲ ਰਹੀ ਆ। ਨਾਰਥ ਡੈਲਟਾ ਵਿੱਚ ਪੰਜਾਬੀ ਆ, ਬਰਨ ਵਿੱਚ
12ਵੀਂ ਸਾਊਥ ਸੈਕੰਡਰੀ 'ਚ, ਇਸੇ ਤਰ੍ਹਾਂ ਐਵਰਸੋਡ ਆ 5-6 ਸਕੂਲ ਜਿੱਥੇ ਪੰਜਾਬੀ ਚੱਲ ਰਹੀ ਹੈ। ਸੋ ਕਾਫੀ ਹੋ ਰਹੀ ਹੈ ਤਰੱਕੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।